ਬੱਚੇ ਨੂੰ ਪਾਲਣ ਪੋਸ਼ਣ ਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ ਬਹੁਤ ਪ੍ਰੈਸ਼ਰ ਥੱਲੇ ਨੇ। ਬੱਚਿਆਂ ਦਾ ਪਾਲਣਾ ਪੋਸ਼ਣਾ ਬੜਾ ਜ਼ਰੂਰੀ ਹੈ, ਉਹਨਾਂ ਨੂੰ ਚੰਗੀਆਂ ਵੈਲਿਊਜ਼ ਦੇਣੀਆਂ ਜ਼ਰੂਰੀ ਨੇ, ਪਰ ਕਿਤੇ ਐਸਾ ਨਾ ਹੋਏ ਕਿ ਇਸ ਪਾਲਣ ਪੋਸ਼ਣ ਦੇ ਦੌਰਾਨ ਮਾਪੇ ਇਸ ਪਾਲਣ ਪੋਸ਼ਣ ਦੀ ਭੇਂਟ ਚੜ ਜਾਣ। ਕਿ 5 ਸਾਲ ਤੱਕ ਬੱਚੇ ਦੀ 75 ਤੋਂ 80% ਮਾਨਸਿਕ ਡਿਵੈਲਪਮੈਂਟ ਹੋ ਜਾਂਦੀ ਹੈ। ਐਂਡ ਮਿਸਟਰ ਥਿੰਨ ਅਕਸਰ ਜਦੋਂ ਪੇਰੈਂਟ ਮੇਰੇ ਕੋਲ ਬੱਚੇ ਲੈ ਕੇ ਆਉਂਦੇ ਤੇ ਉਹ ਕਹਿੰਦੇ ਨਾ ਕਿ ਮੈਂ ਚਾਹਣਾ ਮੇਰਾ ਬੱਚਾ ਖੁਸ਼ ਹੋਵੇ, ਮੇਰਾ ਬੱਚਾ ਖੁਸ਼ੀ 'ਚ ਹੋਵੇ। ਤੇ ਫਿਰ ਮੇਰਾ ਕੁਐਸਚਨ ਉਹਨਾਂ ਨੂੰ ਹੁੰਦਾ ਵੀ ਤੁਸੀਂ ਖੁਸ਼ ਹੋ? ਤੁਸੀਂ ਜਿੱਥੇ ਹੈ ਜਿਵੇਂ ਤੁਹਾਡਾ ਰਿਸ਼ਤਾ ਵਾ, ਜਿਵੇਂ ਘਰ 'ਚ ਰਹਿੰਦੇ, ਤੁਸੀਂ ਖੁਸ਼ ਹੋ? ਪ੍ਰੈਸ਼ਰ ਤੁਹਾਨੂੰ ਪ੍ਰੈਸ਼ਰ ਆ ਵੀ ਮੇਰਾ ਬੱਚਾ ਸਿੱਖੇ, ਉਹਨੂੰ ਪ੍ਰੈਸ਼ਰ ਆ ਵੀ ਮੰਮੀ ਦਾ ਪ੍ਰੈਸ਼ਰ ਆ ਵੀ ਮੈਂ ਕਰਨੀ ਤੇ ਮੈਂ ਕਰਨੀ ਆ। ਤੁਸੀਂ ਦੇਖੋ ਵੀ ਇਹ ਲੜੀ ਕਿਤੇ ਟੁੱਟਣੀ ਨਹੀਂ ਗੀ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਤੇ ਸਾਡੇ ਨਾਲ ਅੱਜ ਮਨੋਵਿਗਿਆਨਕ ਕਾਉਂਸਲਰ ਪਲਵਿੰਦਰ ਗਿੱਲ ਜੀ ਗੱਲਬਾਤ ਕਰਨਗੇ। ਬੱਚਿਆਂ ਨੂੰ ਪਾਲਣਾ ਪੋਸਣਾ ਕਿੰਨਾ ਮੁਸ਼ਕਿਲ ਹੋ ਗਿਆ ਹੈ। ਬੱਚੇ ਨੂੰ ਪਾਲਣ ਪੋਸ਼ਣ ਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ ਬਹੁਤ ਪ੍ਰੈਸ਼ਰ ਥੱਲੇ ਨੇ, ਉਹਨਾਂ ਦਾ ਮਾਨਸਿਕ ਤਣਾਅ ਵੱਧ ਰਿਹਾ ਹੈ, ਮਾਨਸਿਕ ਦਬਾਅ ਵੱਧ ਰਿਹਾ ਹੈ। ਇੱਕ ਬੱਚੇ ਨੂੰ 4 ਗੇਮਾਂ ਦੇ ਵਿੱਚ ਪਾਉਣਾ, ਫਿਰ ਉਹਨੂੰ ਪੜ੍ਹਾਉਣਾ ਵੀ, ਤੜਕੇ ਉਠਾਲ ਕੇ ਹਾਕੀ ਖੇਡਣ ਲੈ ਕੇ ਜਾਣਾ, ਸਵਿਮਿੰਗ ਵੀ ਸਿੱਖ ਜਾਏ, ਔਰ ਇੰਨੀਆਂ ਐਕਟੀਵਿਟੀਜ਼ ਨੇ। ਉਸ ਦੇ ਨਾਲ ਨਾਲ ਉਹਨੂੰ ਕਲਚਰ ਵੀ ਸਿਖਾਉਣਾ ਅਤੇ ਬੋਲੀ ਵੀ ਸਿਖਾਉਣੀ। ਇਸ ਨਾ ਹੋਵੇ ਕਿ ਸਾਡੇ ਬੱਚੇ ਨੂੰ ਇੱਕੋ ਹੀ ਬੋਲੀ ਆਉਂਦੀ ਹੋਵੇ ਅਤੇ ਜ਼ਮਾਨਾ ਆ ਜਾਵੇ ਕਿ ਜਿਨ੍ਹਾਂ ਬੱਚਿਆਂ ਨੂੰ 3 ਭਾਸ਼ਾਵਾਂ ਆਉਂਦੀਆਂ ਨੇ, ਫਰਾਂਸੀਸੀ ਵੀ ਸਿੱਖ ਜਾਣ, ਸਪੈਨਿਸ਼ ਵੀ ਸਿੱਖ ਜਾਣ। ਸੋ ਇਸ ਕਿਸਮ ਦੇ ਪ੍ਰੈਸ਼ਰ ਨੇ ਜਿਹੜੇ ਉਹ ਮਾਪਿਆਂ ਨੂੰ ਖੁਦ ਪ੍ਰੈਸ਼ਰ ਥੱਲੇ ਰਹਿਣ ਲਈ ਮਜਬੂਰ ਕਰ ਰਹੇ ਹਨ। ਸੋ ਇਸ ਸਿਲਸਿਲੇ 'ਚ ਅੱਜ ਗੱਲਬਾਤ ਚੱਲੇਗੀ ਕਿ ਬੱਚਿਆਂ ਦਾ ਪਾਲਣਾ ਪੋਸ਼ਣਾ ਬੜਾ ਜ਼ਰੂਰੀ ਹੈ, ਉਹਨਾਂ ਨੂੰ ਚੰਗੀਆਂ ਵੈਲਿਊਜ਼ ਦੇਣੀਆਂ ਜ਼ਰੂਰੀ ਨੇ, ਪਰ ਕਿਤੇ ਐਸਾ ਨਾ ਹੋਏ ਕਿ ਇਸ ਪਾਲਣ ਪੋਸ਼ਣ ਦੇ ਦੌਰਾਨ ਮਾਪੇ ਇਸ ਪਾਲਣ ਪੋਸ਼ਣ ਦੀ ਭੇਂਟ ਚੜ ਜਾਣ, ਉਹ ਡਿਪਰੈਸ ਹੋ ਜਾਣ ਜਾਂ ਉਹਨਾਂ ਨੂੰ ਕਈ ਬਿਮਾਰੀਆਂ, ਮਾਨਸਿਕ ਰੋਗਾਂ ਦਾ ਉਹ ਸਾਹਮਣਾ ਕਰਨ। ਸੋ ਇਸ ਕਿਸਮ ਦੀ ਗੱਲਬਾਤ ਅੱਜ ਚੱਲੇਗੀ ਅਤੇ ਪਲਵਿੰਦਰ ਗਿੱਲ ਜੀ ਮੇਰੇ ਨਾਲ ਨੇ। ਪਲਵਿੰਦਰ ਜੀ ਆਇਆਂ ਨੂੰ। ਇਹ ਬੜੀ ਇੰਪੋਰਟੈਂਟ ਗੱਲ ਆ। ਮੈਂ ਦੇਖ ਰਿਹਾ ਅੱਜ ਕੱਲ੍ਹ ਜਿਹੜੀ ਭੱਜ ਨੱਠ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਦੇ 2 ਜਾਂ 3 ਬੱਚੇ ਵੀ ਨੇ, ਔਰ ਉਹਨਾਂ ਨੂੰ ਤਾਂ ਬਹੁਤ ਭੱਜ ਨੱਠ ਕਰਨੀ ਪੈ ਰਹੀ ਹੈ, ਇੱਕ ਥਾਂ ਤੋਂ ਦੂਜੀ ਥਾਂ, ਤੀਜੀ ਥਾਂ, ਸਕੂਲ ਛੱਡ ਕੇ ਆਉਣਾ, ਲੈ ਕੇ ਆਉਣਾ, ਫਿਰ ਭੰਗੜਾ ਵੀ ਸਿਖਾਉਣਾ, ਯੋਗਾ ਵੀ ਤੁਸੀਂ ਦੇਖ ਰਹੇ ਹੋ ਇਹ ਦਬਾਅ ਕਾਫੀ ਹੈ ਪੇਰੈਂਟਸ ਦੇ ਉੱਤੇ। ਇਹ ਦਬਾਅ ਕੀ ਰੰਗ ਲਿਆਉਂਦਾ ਇਵੈਂਚੁਅਲੀ ਮਾਨਸਿਕ ਤੌਰ ਦੇ ਉੱਤੇ? ਆਪਾਂ ਗੱਲ ਕਰ ਰਹੇ ਸੀ ਆਫ 에ਅਰ ਵੀ ਆਪਾਂ ਇਹ ਟੌਪਿਕ ਅੱਜ ਪਿਕ ਕੀਤਾ ਬਿਕਾਜ਼ ਅਕਸਰ ਮੈਂ ਆਪਦੀ ਕਲੀਨਿਕਸ ਦੇ ਵਿੱਚ ਵੇਖਿਆ ਵਾ, ਆਪਦੀ ਕਾਉਂਸਲਿੰਗ ਦੇ ਵਿੱਚ, ਕਿ ਛੋਟੇ ਬੱਚੇ ਤੋਂ ਲੈ ਕੇ 12 13 16 ਸਾਲ ਦੇ ਵਿੱਚ ਮੈਂ ਮਹਿਸੂਸ ਕੀਤਾ ਵੀ ਬੱਚੇ ਪ੍ਰੈਸ਼ਰ ਥੱਲੇ ਬਹੁਤ ਜ਼ਿਆਦਾ ਨੇ। ਬਹੁਤ ਜ਼ਿਆਦਾ ਬੱਚੇ, ਜਿਵੇਂ ਐਂਗਜ਼ਾਇਟੀ ਅਸੀਂ ਕਹਿ ਦਈਏ, ਉਹ ਵੀ ਪ੍ਰੈਸ਼ਰ ਆ, ਡਿਪਰੈਸ਼ਨ ਉਹ ਵੀ ਪ੍ਰੈਸ਼ਰ ਆ, ਕਿਸੇ ਤਰ੍ਹਾਂ ਦਾ ਮਾਨਸਿਕ ਪ੍ਰੈਸ਼ਰ ਵੀ ਇੰਨਾ ਕੀ ਇਹਨਾਂ ਦੀ 12 ਸਾਲ ਦੇ 10 ਸਾਲ ਦੇ ਬੱਚੇ ਦੀ ਜ਼ਿੰਦਗੀ 'ਚ ਐਡਾ ਕੀ ਵਾਪਰ ਗਿਆ ਹੋਊਗਾ ਵੀ ਉਹ ਹੁਣੇ ਤੋਂ ਪ੍ਰੈਸ਼ਰ ਮਹਿਸੂਸ ਕਰਨ ਲੱਗ ਗਿਆ ਗਾ। 7-8 ਸਾਲ ਦੇ ਬੱਚੇ ਦੀ ਜ਼ਿੰਦਗੀ 'ਚ ਇੰਨਾ ਕਿੰਨਾ ਕੀ ਵਾਪਰ ਗਿਆ ਹੋਊਗਾ ਕਿ ਉਹ ਹੁਣੇ ਤੋਂ ਇੰਨਾ ਪ੍ਰੈਸ਼ਰ ਮਹਿਸੂਸ ਕਰ ਰਿਹਾ, ਜ਼ਿੰਦਗੀ ਉਹਨੂੰ ਇੱਕ ਬੋਝ ਲੱਗ ਰਹੀ ਆ। ਸਕੂਲ ਤੋਂ ਬਾਅਦ ਸਿੱਧਾ ਟਿਊਸ਼ਨ ਤੋਂ ਬਾਅਦ ਸਿੱਧਾ ਸੌਕਰ ਤੋਂ ਬਾਅਦ ਸਿੱਧਾ ਭੰਗੜੇ ਤੇ ਸੋ ਮੈਂ ਇਹ ਸੋਚਦੀ ਕਿ ਇਹ ਇੰਨਾ ਪ੍ਰੈਸ਼ਰ ਕਿਉਂ ਵੱਧ ਗਿਆ। ਪਰ ਫਿਰ ਜਦੋਂ ਮੈਂ ਪੇਰੈਂਟਸ ਨਾਲ ਕੰਮ ਕੀਤਾ, ਅਕਸਰ ਜਦੋਂ ਪੇਰੈਂਟਸ ਬੱਚੇ ਲੈ ਕੇ ਆਉਂਦੇ ਤੇ ਅਸੀਂ ਪੇਰੈਂਟਸ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੀ ਦੀ, ਉਹਨਾਂ ਦੀ ਕਾਉਂਸਲਿੰਗ ਕਰਨ ਦੀ, ਤੇ ਮੈਂ ਦੇਖਿਆ ਕਿ ਐਕਚੁਅਲੀ 7-8 ਸਾਲ ਦੇ ਬੱਚੇ ਜਿਹੜੇ ਪ੍ਰੈਸ਼ਰ ਮਹਿਸੂਸ ਕਰ ਰਿਹਾ, ਇਹ ਪ੍ਰੈਸ਼ਰਾਈਜ਼ਡ ਸਿਸਟਮ 'ਚ ਰਹਿ ਰਹੇ ਨੇ। ਇਹਨਾਂ ਨੂੰ ਪ੍ਰੈਸ਼ਰਾਈਜ਼ਡ ਲੋਕ ਪਾਲ ਰਹੇ ਨੇ। ਐਂਡ ਫਿਰ ਸਾਡੇ ਲਈ ਸੈਂਸ ਬਣਦਾ, ਫਿਰ ਬੜੀ ਸੁਭਾਵਿਕ ਜੀ ਗੱਲ ਹੋ ਜਾਂਦੀ ਕਿ ਆਫਕੋਰਸ ਜੇ ਇੱਕ ਬੰਦਾ ਪ੍ਰੈਸ਼ਰ ਦੇ ਵਿੱਚ ਰਹਿ ਕੇ ਆਪਦੇ ਆਲੇ ਦੁਆਲੇ ਬੱਚਿਆਂ ਨੂੰ ਪਾਲ ਰਿਹਾ ਵਾ ਤੇ ਉਹ ਪ੍ਰੈਸ਼ਰ ਕਿਹਦੇ ਤੇ ਕੱਢ ਰਿਹਾ? ਉਹ ਬੱਚਿਆਂ ਤੇ ਕੱਢ ਰਿਹਾ। ਸੋ ਅਸੀਂ ਅੱਜ ਇਸ ਸੈਸ਼ਨ ਦੇ ਦੌਰਾਨ ਗੱਲ ਕਰਾਂਗੇ ਕਿ ਇੱਕ ਐਜ਼ ਅ ਪੇਰੈਂਟ ਹੋਣ ਦੇ ਨਾਤੇ ਤੁਸੀਂ ਜਿਹੜੇ ਆਪਦੇ ਪ੍ਰੈਸ਼ਰਸ ਦੇ ਨਾਲ ਵੀ ਕਿਵੇਂ ਡੀਲ ਕਰਨਾ ਵਾ, ਪ੍ਰੈਸ਼ਰ ਦੇ ਵਿੱਚੋਂ ਵੀ ਉਹ ਕਿਵੇਂ ਨਿਕਲਣਾ ਵਾ। ਮਿਸਟਰ ਥਿੰਦ, ਜਿਵੇਂ ਕਿ ਆਪਾਂ ਨੂੰ ਪਤਾ ਵਾ, ਆਪਾਂ ਪਿਛਲੇ ਸੈਸ਼ਨ 'ਚ ਵੀ ਗੱਲ ਕੀਤੀ ਆ ਕਿ 5 ਸਾਲ ਤੱਕ ਬੱਚੇ ਦੀ 75 ਤੋਂ 80% ਮਾਨਸਿਕ ਡਿਵੈਲਪਮੈਂਟ ਹੋ ਜਾਂਦੀ ਆ। ਅੱਛਾ ਜੀ। ਅਤੇ 7-8 ਸਾਲ ਤੱਕ ਉਹਦੀ 100% ਹੋ ਜਾਂਦੀ ਆ। ਅਤੇ ਜੇ ਤੁਸੀਂ 12 ਸਾਲ ਦਾ ਬੱਚਾ ਕਹੋ ਨਾ ਵੀ ਉਹ TV ਦੇਖ ਰਿਹਾ ਅਤੇ ਉਹ ਬਦਲ ਨਹੀਂ ਰਿਹਾ, ਕਿਉਂਕਿ 7-8 ਸਾਲ ਤੱਕ ਉਹਦੇ ਦਿਮਾਗ ਦੀ ਮਾਨਸਿਕ ਪ੍ਰਕਿਰਿਆ ਪੱਕ ਗਈ ਆ। ਸੋ ਇਸ ਤੋਂ ਬਾਅਦ ਤੁਸੀਂ ਆਮ ਦੇਖੋ ਵੀ ਸਾਨੂੰ ਆਦਤਾਂ ਬਦਲਣੀਆਂ ਬਹੁਤ ਔਖੀਆਂ ਵਾ। ਰਾਈਟ, ਜਿਵੇਂ ਤੋਂ ਫੋਰ ਐਗਜ਼ਾਮਪਲ ਕਈ ਵਾਰ ਅਸੀਂ ਕਹਿ ਦਿੰਦੇ ਬੱਚੇ ਸਾਡੇ ਖਾਂਦੇ ਨਹੀਂ ਗਏ, 10 ਸਾਲ ਦਾ ਵਾ ਇਹ ਫਾਸਟ ਫੂਡ ਖਾਂਦਾ। ਜੇ ਅਸੀਂ ਬਚਪਨ ਦੇ ਵਿੱਚ ਉਹਨਾਂ ਨੇ ਇਹੋ ਜਿਹੀਆਂ ਆਦਤਾਂ ਪਾ ਲਈਆਂ ਨੇ, ਉਹਨਾਂ ਦੀ ਮਾਨਸਿਕਤਾ ਜਿਹੜੀ ਉਹਨਾਂ ਨੇ ਤੁਹਾਡੇ ਤੋਂ ਸਿੱਖ ਲਈ ਆ ਪ੍ਰੈਸ਼ਰ ਦੀ। ਫੋਰ ਐਗਜ਼ਾਮਪਲ ਜਿਹੜਾ ਬੱਚਾ 7-8 ਸਾਲ ਦੇ 'ਚ
ਤੱਕ ਪ੍ਰੈਸ਼ਰ ਦੇ ਵਿੱਚ ਰਿਹਾ ਨਾ, ਉਹਦੀ ਮਾਨਸਿਕਤਾ ਹੁਣ ਪ੍ਰੈਸ਼ਰ ਦੀ ਬਣ ਚੁੱਕੀ ਆ। ਉਹ ਸਾਰੀ ਉਮਰ ਵੀ ਲੱਗ ਜੂਗਾ ਤੇ ਉਹ ਪ੍ਰੈਸ਼ਰ 'ਚ ਰਹੂਗਾ। ਉਹ ਸਾਰੀ ਉਮਰ ਵੀ ਕੱਢ ਦੂਗਾ ਤੇ ਉਹ ਆਪਦੇ ਮਾਨਸਿਕ ਤਣਾਅ ਤੇ ਡਿਪਰੈਸ਼ਨ, ਉਦਾਸੀ 'ਚ ਰਹੂਗਾ, ਅਨਲੈਸ ਕਿ ਉਹਦੀ ਲਾਈਫ ਦੇ ਵਿੱਚ ਇੱਕ ਟਰਾਂਸਫੋਰਮੇਸ਼ਨ ਨਹੀਂ ਆਉਂਦੀ, ਕਿ ਕਾਉਂਸਲਿੰਗ ਨਹੀਂ ਕਰਦਾ, ਅਨਲੈਸ ਉਹ ਆਪਦੀ ਕੌਨਸ਼ੀਅਸਲੀ ਉਹ ਕੰਡੀਸ਼ਨਿੰਗ ਨੂੰ ਕੱਢੇ। ਪਰ ਤੁਸੀਂ ਦੇਖੋ ਵੀ 7-8 ਸਾਲ ਤੋਂ ਬਾਅਦ ਜਿਹੜੀ ਉਹਦੀ ਇੱਕ ਮਾਨਸਿਕ ਪੈਦਾ ਹੋ ਜਾਂਦੀ ਆ, ਉਹ ਸਾਰੀ ਉਮਰ ਉਹਦੇ ਨਾਲ ਚੱਲਦੀ ਰਹਿੰਦੀ ਹੈ। ਇਸ ਕਰਕੇ ਕਈ ਵਾਰ ਅਸੀਂ ਆਪਦੀ ਲਾਈਫ ਦੇ ਵਿੱਚ ਵੀ ਵੇਖਿਆ ਵੀ ਕਈ ਵਾਰ ਸਾਡੇ ਕੋਲ ਬਾਹਰਲੀ ਸਭ ਸੁੱਖ ਸਹੂਲਤ ਵਧੀਆ ਹੁੰਦੀ, ਅਸੀਂ ਵਧੀਆ ਕੁਰਸੀ ਤੇ ਬੈਠੇ ਹੁੰਦੇ, ਪਰ ਮਨ ਨਹੀਂ ਸ਼ਾਂਤ ਹੁੰਦਾ। ਕੁਰਸੀ ਤੇ ਅਸੀਂ ਬਹੁਤ ਪੈਸੇ ਲਾਤੇ ਹੁੰਦੇ, ਬਹੁਤ ਵਧੀਆ ਸੋਫੇ ਕੰਫਰਟੇਬਲ ਲੈ ਕੇ ਆਈਦਾ, ਪਰ ਜਦੋਂ ਉਹਨਾਂ ਤੇ ਬੈਠੀ ਦਾ ਫਿਰ ਨਹੀਂ ਮਨ ਠੀਕ ਹੁੰਦਾ। ਤੇ ਫਿਰ ਸਾਨੂੰ ਇਹ ਦੇਖਣਾ ਪੈਣਾ ਕਿ ਜਿਹੜੇ ਬੱਚੇ ਅਸੀਂ ਪਾਲ ਰਹੇ ਹਾਂ, ਉਹ ਅਸੀਂ ਕਿਤੇ ਪ੍ਰੈਸ਼ਰ 'ਚੋਂ ਤਾਂ ਨਹੀਂ ਪਾਲ ਰਹੇ। ਅਸੀਂ ਉਹਨਾਂ ਲਈ ਚੰਗਾ ਕਰਨ ਦੇ ਇੰਟੈਂਸ਼ਨ ਦੇ ਨਾਲ ਇਹ ਤਾਂ ਨਹੀਂ ਹੈਗਾ ਵੀ ਆਪਦਾ ਜਿਹੜਾ ਮਾਨਸਿਕਤਾ ਉਹਨਾਂ ਤੇ ਡੋਲੀ ਜਾ ਰਹੇ ਹਾਂ, ਰਾਈਟ। ਮੈਂ ਮਿਸਟਰ ਥਿੰਨ, ਮੈਂ ਤੁਹਾਨੂੰ ਦੱਸਦੀ ਕਿ ਮੈਂ ਮਿਨਿਸਟਰੀ ਆਫ ਚਾਈਲਡ ਐਂਡ ਫੈਮਿਲੀ ਡਿਵੈਲਪਮੈਂਟ ਨਾਲ ਕੰਮ ਕੀਤਾ, ਤੇ ਉੱਥੇ ਨਾ ਉਹਨਾਂ ਬੱਚਿਆਂ ਨੂੰ ਲੈ ਕੇ ਜਾਂਦੇ, ਮਿਨਿਸਟਰੀ ਲੈ ਜਾਂਦੀ ਵੀ ਜਿਹੜੇ ਉਹਨਾਂ ਨੂੰ ਲੱਗਦਾ ਕਿ ਮਾਪੇ ਇਹਨਾਂ ਨੂੰ ਸਾਂਭਣ ਦੇ ਯੋਗ ਨਹੀਂ, ਜਾਂ ਤਾਂ ਮਾਪੇ ਐਡਿਕਸ਼ਨ ਦੇ ਵਿੱਚ ਆ, ਜਾਂ ਘਰ ਦੇ ਵਿੱਚ ਅਬਿਊਜ਼ ਹੋ ਰਿਹਾ ਵਾ, ਫਾਸਟਰ ਚਿਲਡਰਨ, ਜਾਂ ਅਬਿਊਜ਼ ਹੋ ਰਿਹਾ, ਜਾਂ ਘਰ ਦੇ ਵਿੱਚ ਲੜਾਈ ਬਹੁਤ ਹੋ ਰਹੀ ਆ ਉਹਨਾਂ ਨੂੰ। ਤੇ ਮੈਂ ਅਕਸਰ ਆਪਦੇ ਆਫਿਸ ਦੇ ਬਾਹਰ ਉਹਨਾਂ ਲੋਕਾਂ ਨੂੰ ਤੜਫਦੇ ਤੇ ਰੋਂਦੇ ਦੇਖਿਆ ਆਪਣੇ ਬੱਚਿਆਂ ਵਾਸਤੇ। ਤੇ ਮੈਂ ਅਕਸਰ ਕਈ ਵਾਰ ਆਪਣੇ ਜੇ ਆਪਾਂ ਇਹੋ ਜਿਹੀ ਸਿਚੁਏਸ਼ਨ ਦੇਖਦੇ ਤਾਂ ਆਪਾਂ ਸੋਚਦੇ ਹਾਂ ਵੀ ਇਹ ਲੋਕਾਂ ਨੂੰ ਸ਼ਾਇਦ ਆਪਦੇ ਬੱਚਿਆਂ ਨਾਲ ਪਿਆਰ ਨਹੀਂ ਹੋਣਾ। ਅਸੀਂ ਸੋਚ ਲੈਂਦੇ ਜਿਵੇਂ ਪੰਜਾਬੀ 'ਚ ਅਸੀਂ ਇਹ ਬੋਲ ਕਹਿ ਦਿੰਦੇ ਹਾਂ, ਪਰ ਜਦੋਂ ਮੈਂ ਉਹਨਾਂ ਲੋਕਾਂ ਨੂੰ ਤੜਫਦੇ ਤੇ ਉਹਨਾਂ ਨੂੰ ਰੋਂਦੇ ਦੇਖਦੀ ਆਪਦੇ ਬੱਚਿਆਂ ਲਈ, ਤੇ ਫਿਰ ਮੈਂ ਇਹ ਸੋਚਦੀ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਇਹਨਾਂ ਨੂੰ ਪਿਆਰ ਘੱਟ ਹੋਊਗਾ, ਕਿਉਂਕਿ ਜੇ ਇਹਨਾਂ ਨੂੰ ਪਿਆਰ ਘੱਟ ਹੁੰਦਾ ਤੇ ਇੰਨੀ ਤੜਫਣਾ ਕਿਉਂ ਹੁੰਦੀ ਇਹਨਾਂ ਨੂੰ ਆਪਣੇ ਬੱਚਿਆਂ ਲਈ। ਪਿਆਰ ਹੈਗਾ ਉਹਨਾਂ ਨੂੰ ਜੀ ਜ਼ਰੂਰ, ਪਰ ਹੁੰਦਾ ਕੀ ਆ ਮਿਸਟਰ ਤਿੰਡ, ਜਦੋਂ ਸਾਡੀ ਮਾਨਸਿਕਤਾ ਦਾ ਜਿਹੜਾ ਪ੍ਰੈਸ਼ਰ ਆ ਉਹ ਹੱਦ ਤੋਂ ਵੱਧ ਜਾਵੇ, ਸਾਡੀ ਮਾਨਸਿਕਤਾ ਦੇ ਵਿੱਚ ਦੁੱਖ ਹੱਦ ਤੋਂ ਵੱਧ ਜਾਵੇ, ਉਹ ਸਾਨੂੰ ਜ਼ਿੰਦਗੀ ਦੇ ਘਰੇਲੂ ਕੰਮ ਜਾਂ ਜ਼ਿੰਦਗੀ ਦੀ ਜਿਹੜੀ ਲਾਈਫ ਫੰਕਸ਼ਨਲ ਨਹੀਂ ਰਹਿਣ ਦਿੰਦਾ। ਤੁਸੀਂ ਦੇਖੋ ਕਿ ਹਿੰਸਾ ਵਾ, ਕਿਸੇ ਦਾ ਦਿਮਾਗ ਦਾ ਸੰਤੁਲਨ ਹੱਦ ਤੋਂ ਵੱਧ ਵਿਗੜ ਗਿਆ, ਉਹਨੂੰ ਸੋਸਾਇਟੀ ਵੀ ਸੋਸਾਇਟੀ 'ਚ ਨਹੀਂ ਰਹਿਣ ਦਊਗੀ, ਉਹ ਜੇਲ੍ਹ 'ਚ ਰਹੂਗਾ। ਬਿਲਕੁਲ ਰਾਈਟ। ਐਂਡ ਹਸਪੀਟਲ ਦੇ ਵਿੱਚ ਜਦੋਂ ਸਾਡਾ ਮਾਨਸਿਕ ਸੰਤੁਲਨ ਵਿਗੜ ਗਿਆ ਵਾ, ਉਹ ਸੋਸਾਇਟੀ 'ਚ ਅਸੀਂ ਹਸਪੀਟਲ 'ਚ ਰਵਾਂਗੇ, ਰਾਈਟ। ਸੋ ਸਾਨੂੰ ਇਹ ਦੇਖਣਾ ਪੈਣਾ ਕਿ ਉਹ ਲੋਕ ਵੀ ਆਪਦੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਕਰਦੇ ਸੀ, ਪਰ ਉਹਨਾਂ ਦਾ ਮਾਨਸਿਕ ਸੰਤੁਲਨ ਖੋ ਗਿਆ ਸੀ, ਉਹਨਾਂ ਦਾ ਪ੍ਰੈਸ਼ਰ ਆ ਉਹਨਾਂ ਹੈਂਡਲ ਨਹੀਂ ਸੀ ਉਹਨਾਂ ਦੀ ਮਾਨਸਿਕਤਾ ਕਰ ਸਕਦੀ ਜਿੰਨਾ ਉਹਨਾਂ ਲਈ ਵੱਧ ਗਿਆ ਸੀ। ਐਂਡ ਜਦੋਂ ਵੱਧ ਜਾਂਦਾ ਵਾ, ਫਿਰ ਸੁਭਾਵਿਕ ਆ ਕਿ ਜਿਹੜੇ ਲੋਕਾਂ ਦੀ ਅਸੀਂ ਟੇਕ ਕੇਅਰ ਕਰਨੀ ਸੀ, ਉਹਨਾਂ ਦੀ ਟੇਕ ਕੇਅਰ ਨਹੀਂ ਕਰ ਸਕਦੇ। ਅੱਜ ਦਾ ਪ੍ਰੋਗਰਾਮ ਵੀ ਇਸੇ ਕਰਕੇ ਹੀ ਹੈ। ਮੇਰਾ ਖਿਆਲ ਹੈ ਵੀ ਕਿਤੇ ਐਸਾ ਨਾ ਹੋਏ ਕਿ ਬੱਚਿਆਂ ਨੂੰ ਹੋਰ ਅੱਛੇ ਇਨਸਾਨ ਬਣਾਉਣ ਦੀ ਇਸ ਦੌੜ ਦੇ ਵਿੱਚ ਕਿ ਇਹਨਾਂ ਨੂੰ ਅਸੀਂ ਐਥਲੀਟ ਵੀ ਬਣਾ ਦਈਏ, ਹੈਲਥੀ ਵੀ ਬਣਾ ਦਈਏ, ਐਕਡੈਮਿਕਲੀ ਸ਼ਾਰਪ ਕਰ ਦਈਏ, ਇਹਨਾਂ ਨੂੰ ਬੋਲੀਆਂ ਵੀ ਕਈ ਸਿਖਾ ਦਈਏ, ਇਹਨਾਂ ਨੂੰ ਕਲਚਰ ਵੀ ਸਿਖਾ ਦਈਏ। ਇਸ ਚੱਕਰ ਦੇ ਵਿੱਚ ਤੁਸੀਂ ਇੰਨਾ ਆਪ ਪ੍ਰੈਸ਼ਰ ਲੈ ਲਓ, ਐਂਗਜ਼ਾਇਟੀ ਇੰਨੀ ਵੱਧ ਜਾਏ ਕਿ ਤੁਸੀਂ ਡਿਪਰੈਸ਼ਨ ਚਲੇ ਜਾਓ, ਤੇ ਫਿਰ ਤੁਸੀਂ ਬੱਚੇ ਵੀ ਨਹੀਂ ਸੰਭਾਲ ਸਕੋਗੇ। ਜੀ ਹਾਂ। ਐਂਡ ਮਿਸਟਰ ਥਿੰਨ, ਅਕਸਰ ਜਦੋਂ ਪੇਰੈਂਟ ਮੇਰੇ ਕੋਲ ਬੱਚੇ ਲੈ ਕੇ ਆਉਂਦੇ ਤੇ ਉਹ ਕਹਿੰਦੇ ਨਾ ਕਿ ਮੈਂ ਚਾਹੁੰਦਾ ਮੇਰਾ ਬੱਚਾ ਖੁਸ਼ ਹੋਵੇ, ਮੇਰਾ ਬੱਚਾ ਖੁਸ਼ੀ 'ਚ ਹੋਵੇ। ਤੇ ਫਿਰ ਮੇਰਾ ਕੁਐਸਚਨ ਉਹਨਾਂ ਨੂੰ ਹੁੰਦਾ ਵੀ ਤੁਸੀਂ ਖੁਸ਼ ਹੋ? ਤੁਸੀਂ ਜਿੱਥੇ ਹੈ, ਜਿਵੇਂ ਤੁਹਾਡਾ ਰਿਸ਼ਤਾ ਵਾ, ਜਿਵੇਂ ਘਰ 'ਚ ਰਹਿੰਦੇ, ਤੁਸੀਂ ਖੁਸ਼ ਹੋ? ਬਿਕਾਜ਼ ਜੇ ਅਸੀਂ ਉਹਨਾਂ ਦੇ ਪਹਿਲੇ 5-7 ਸਾਲਾਂ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਇਹੋ ਜਿਹੀ ਉਹਨਾਂ ਦਾ ਇੰਪਰੈਸ਼ਨ ਪਾਤਾ ਵੀ ਦੁਨੀਆ ਤਾਂ ਬੁਰੀ ਆ, ਇੱਥੇ ਤਾਂ ਔਖਾ, ਜੇ ਅਸੀਂ ਇਹੋ ਜਿਹਾ ਇੰਪਰੈਸ਼ਨ ਪਾਤਾ ਆਪਦੇ ਬੱਚੇ ਦੀ ਮਾਨਸਿਕਤਾ ਤੇ, ਉਹ ਸਾਰੀ ਉਮਰ ਉਹਦੀ ਲੰਘ ਜੂ, ਪਰ ਉਹ ਇਹੀ ਸੋਚੂਗਾ ਵੀ ਦੁਨੀਆ ਤੇ ਇੱਕ ਜ਼ਿੰਦਗੀ ਇੱਕ ਔਖੀ ਚੀਜ਼ ਹੈ। ਪਰ ਪਲਵਿੰਦਰ, ਜੇ ਹੁਣ ਤੁਹਾਡੀ ਗੱਲ ਮੰਨ ਲਈ ਜਾਏ, ਬੱਚੇ ਮਾਪੇ ਕਹਿਣ ਕੋਈ ਗੱਲ ਨਹੀਂ ਆਪੇ ਸਿੱਖ ਜਾਣਗੇ, ਕੋਈ ਲੋੜ ਨਹੀਂ ਸਾਨੂੰ ਇੱਧਰ ਉੱਧਰ ਲਿਜਾਣ ਦੀ, ਗੇਮਾਂ ਖਿਡਾਉਣ ਦੀ, ਸਵਿਮਿੰਗ ਸਿਖਾਉਣ ਦੀ, ਅਤੇ ਆਪੇ ਆਪ ਪਾਸ ਹੋ ਜਾਣਾ, ਬੱਚੇ ਵੱਡੇ ਹੋ ਕੇ ਸਿੱਖ ਜਾਂਦੇ ਹੁੰਦੇ ਆ। ਔਰ ਇਹ ਇੱਕ ਫੀਅਰ ਆ ਕਿ ਹੋ ਸਕਦਾ ਕਿ ਅਸੀਂ ਬੱਚਿਆਂ ਨੂੰ ਸਮੇਂ ਦੇ ਹਾਣ ਦੇ ਨਾ ਕਰ ਸਕੀਏ। ਫਿਰ ਹੋਰ ਵੀ ਦੁੱਖ ਜ਼ਿਆਦਾ ਹੋਏਗਾ ਜਦੋਂ ਤੁਹਾਡਾ ਬੱਚੇ ਨੂੰ ਕੁਛ ਆਉਂਦਾ ਹੀ ਨਹੀਂ, ਉਹ ਪੜ੍ਹ ਹੀ ਨਹੀਂ ਸਕਿਆ, ਜਾਂ ਉਹ ਸੁਸਾਇਟੀ 'ਚ ਵਿਚਰ ਹੀ ਨਹੀਂ ਸਕਦਾ, ਜਾਂ ਉਹ ਘਰੇ ਆ ਕੇ ਕਹਿੰਦਾ ਮੰਮ ਤੁਸੀਂ ਮੈਨੂੰ ਸੌਕਰ ਖੇਡਣੀ ਸਿਖਾ ਦਿੰਦੇ, ਤੁਸੀਂ ਮੈਨੂੰ ਸਕੀ ਸਿਖਾ ਦਿੰਦੇ, ਹੁਣ ਮੇਰੇ ਨਾਲ ਦੇ ਸਾਰੇ ਸਕੀ ਜਾਂਦੇ ਆ, ਮੈਨੂੰ ਤਾਂ ਸਕੀ ਨਹੀਂ ਆਉਂਦੀ, ਮੈਂ ਉੱਥੇ ਉੱਲੂਆਂ ਦੀ ਤਰ੍ਹਾਂ ਬੈਠਾ ਰਹਿਣਾ ਬਾਹਰ, ਮੈਨੂੰ ਸਿਖਾਈ ਕਾਹਤੇ ਨਹੀਂ ਸਵਿਮਿੰਗ। ਮੇਰੀ ਗਰਲਫਰੈਂਡ ਕਹਿੰਦੀ ਚੱਲ ਆਪਾਂ ਸਵਿਮਿੰਗ ਚੱਲੀਏ, ਮੈਨੂੰ ਤਾਂ ਸਵਿਮਿੰਗ ਨਹੀਂ, ਲਾਈਕ ਇਸ ਕਿਸਮ ਦਾ। ਫਿਰ ਮਾਪੇ ਇਸ ਡਰ ਤੋਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ ਬੱਚੇ ਤਾਂ ਪਾਲ ਲਏ। ਕਈਆਂ ਨਾਲ ਜਿਹੜੀ ਗੱਲ ਤੁਸੀਂ ਕਰਦੇ ਹੋ, ਮਾਪੇ ਕਹਿੰਦੇ ਬੱਚੇ ਤਾਂ ਜੰਗਲਾਂ ਦੇ ਵਿੱਚ ਜਾਨਵਰਾਂ ਦੇ ਵੀ ਵੱਡੇ ਹੋ ਜਾਂਦੇ ਆ, ਪਰ ਫਰਕ ਇਹ ਨਾ ਕਿ ਅਸੀਂ ਇਹਨਾਂ ਨੂੰ ਤਹਿਜ਼ੀਬ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਸਿਖਾ ਰਹੇ ਹਾਂ ਜਿਹੜੀਆਂ ਇਹਨਾਂ ਦੇ ਵੱਡੇ ਹੋਇਆਂ ਦੇ ਕੰਮ ਆਉਣਗੀਆਂ। ਜੀ ਹਾਂ ਮਿਸਟਰ ਥਿੰਨ, ਜਿਵੇਂ ਤੁਸੀਂ ਕਿਹਾ, ਐਂਡ ਐਗਜ਼ੈਕਟਲੀ ਇਸੇ ਹੀ ਡਰ ਤੋਂ ਜਿਹੜਾ ਇੱਕ ਮਾਪਾ ਵਾ ਬਹੁਤ ਪ੍ਰੈਸ਼ਰ 'ਚ ਆ। ਐਂਡ ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨੂੰ 100% ਨੂੰ ਤੁਸੀਂ ਜ਼ੀਰੋ ਕਰ ਦਿਓ,
ਆਫ ਕੋਰਸ ਤੁਸੀਂ ਬੈਲੈਂਸ ਰੱਖੋ, ਪਰ ਤੁਸੀਂ ਇਸ ਚੀਜ਼ ਦਾ ਰੱਖਣਾ ਵਾ ਕਿ ਤੁਹਾਡੇ ਬੱਚੇ ਦਾ ਮਾਨਸਿਕ ਨਕਸ਼ਾ ਵੀ ਬਣ ਰਿਹਾ ਵਾ। ਆਈ ਮੀਨ ਜੇ ਤੁਸੀਂ ਮਾਨਸਿਕ ਨਕਸ਼ਾ ਉਹ ਇੱਕ ਪ੍ਰੈਸ਼ਰ ਦੇ ਵਿੱਚ ਪਾਤਾ ਤੇ ਤੁਸੀਂ ਉਹਨੂੰ 10 ਗੇਮਾਂ ਵੀ ਉਦੋਂ 20 ਸਾਲ ਤੱਕ ਉਹ ਥੱਕ ਜੂਗਾ। ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਫੋਰ ਐਗਜ਼ਾਮਪਲ 2 ਬੱਚੇ ਨੂੰ ਤੁਸੀਂ ਦੌੜਨਾ ਸਿਖਾਉਣਾ ਨਾ, ਇੱਕ ਬੱਚੇ ਦੇ ਪਿੱਛੇ ਤੁਸੀਂ ਡੌਗ ਲਾ ਦਿਓ, ਮੈਂ 100% ਗਾਰੰਟੀ ਕਰਦੀ ਹਾਂ ਕਿ ਪਹਿਲੇ ਥੋੜ੍ਹੇ ਸਾਲ ਉਹ ਜ਼ਿਆਦਾ ਭੱਜੂਗਾ ਦੂਜੇ ਨਾਲੋਂ, ਜਿਹੜਾ ਆਪਦੀ ਮਰਜ਼ੀ ਨਾਲ ਤੇ ਜਿਹੜਾ ਹਲੀਮੇ ਨਾਲ ਹੌਲੀ ਹੌਲੀ ਬੈਲੈਂਸ ਨਾਲ ਭੱਜ ਰਿਹਾ, ਪਰ ਉਹ ਥੱਕ ਵੀ ਛੇਤੀ ਜਾਊਗਾ ਤੇ ਉਹ ਡਿੱਗੂਗਾ ਵੀ ਛੇਤੀ, ਇਹ ਗਾਰੰਟੀ ਆ। ਸਮਝਦੇ ਹੋ ਤੁਸੀਂ? ਸੋ ਇਹ ਜੇ ਅਸੀਂ ਪ੍ਰੈਸ਼ਰ ਨੂੰ ਇੱਕ ਪਿੱਛੇ ਇੱਕ ਮੋਟੀਵੇਸ਼ਨ, ਇੱਕ ਪ੍ਰੈਸ਼ਰ ਬਣਾਤਾ ਤੇ ਸਾਡਾ ਬੱਚਾ ਐਨੀਵੇਜ਼ ਲੰਮੇ ਸਮੇਂ ਤੱਕ ਨਹੀਂ ਜਾ ਸਕੂਗਾ। ਛੱਡ ਜਾਏਗਾ। ਮੈਨੂੰ ਤੁਸੀਂ ਫੋਰ ਐਗਜ਼ਾਮਪਲ ਸਵਿਮਿੰਗ ਨੂੰ ਜੇ ਉਹਨਾਂ ਦੀ 20 ਸਾਲ ਦੇ ਹੋ ਗਏ, ਉਹਨਾਂ ਦੀ ਮਾਨਸਿਕਤਾ ਪ੍ਰੈਸ਼ਰ ਹੀ ਨਹੀਂ ਹੈਂਡਲ ਕਰ ਸਕਦੀ। ਜੇ ਅਸੀਂ ਮਾਨਸਿਕ ਨਕਸ਼ਾ ਹੀ ਜਿਹਾ ਬਣਾਇਆ ਹੋਇਆ ਕਿ ਜਿਹੜਾ ਇੱਕ ਬੜਾ ਫੀਅਰ ਬੇਸਡ ਆ, ਜਿਹੜਾ ਇੱਕ ਡਰ ਤੇ ਬੇਸ ਆ, ਤੇ ਤੁਸੀਂ ਦੇਖੋ ਕਿ ਉਹ ਡਰ ਤੇ ਬੇਸ ਮਾਨਸਿਕ ਨੇ, ਉਹਨੇ ਰਿਸ਼ਤੇ ਕਿਵੇਂ ਨਿਭਾਉਣੇ ਆ, ਉਹਨੇ ਜੌਬਾਂ ਦੇ ਵਿੱਚ ਪ੍ਰੋਬਲਮਾਂ ਕਿਵੇਂ ਸੋਲਵ ਕਰਨੀਆਂ, ਉਹਨੇ ਲਾਈਫ ਦੀਆਂ ਪ੍ਰੋਬਲਮਾਂ ਕਿਵੇਂ ਰਿਜ਼ੋਲਵ ਕਰਨੀਆਂ ਵਾ। ਹੁਣ ਜਿਹੜੀ ਨਿਊਕਲੀਅਸ ਫੈਮਿਲੀ ਆ ਉਹਦੇ ਵਿੱਚ ਹਸਬੈਂਡ ਵਾਈਫ ਨੇ, ਮਾਪੇ ਨੇ, ਮਾਂ ਤੇ ਪਿਓ ਜਿਹੜੇ ਬੱਚਿਆਂ ਨੂੰ ਪਾਲ ਰਹੇ ਨੇ ਆਮ ਤੌਰ ਦੇ ਉੱਤੇ, ਸੋ ਉਹਨਾਂ ਦੇ ਵਿੱਚ ਉਹਨਾਂ ਦੀ ਆਪਣੀ ਜ਼ਿੰਮੇਵਾਰੀਆਂ ਵੀ ਬਹੁਤ ਸਾਰੀਆਂ ਨੇ। ਸੋ ਜੇ ਉਹ ਬੱਚੇ ਵੱਲ ਪੂਰਾ ਧਿਆਨ ਨਹੀਂ ਦਿੰਦੇ, ਅੱਗੇ ਇੱਕ ਜ਼ਮਾਨਾ ਸੀ ਕਿ 5-6 ਬੱਚੇ ਹੋ ਜਾਣੇ, ਜਿਹੜਾ ਵੱਡੇ ਬੱਚਾ ਛੋਟੇ ਬੱਚੇ ਨੂੰ ਸਿਖਾਉਂਦਾ ਰਹਿੰਦਾ। ਕਈ ਤਾਂ ਵੱਡੇ ਬੱਚੇ ਤੇ ਛੋਟੇ ਬੱਚੇ 6-7 ਸਾਲ ਦਾ ਫਰਕ ਸੀ, ਔਰ ਉਹ 6 ਸਾਲ ਦੇ ਫਰਕ ਵਾਲਾ ਜਿਹੜਾ ਵੱਡਾ ਬੱਚਾ ਸੀ ਉਹਨਾਂ ਦੀ ਲੁੱਕ ਆਫਟਰ ਕਰਦਾ, ਉਹਨਾਂ ਨੂੰ ਸਿਖਾ ਦਿੰਦਾ ਕਈ ਚੀਜ਼ਾਂ। ਉਹ ਪੇਰੈਂਟਸ ਦਾ ਕਾਫੀ, ਜੇ ਉਹਦਾ ਕੋਈ ਨੁਕਸਾਨ ਵੀ ਹੋਣੇ ਆ ਸ਼ਾਇਦ, ਪਰ ਉਹਦਾ ਕੋਈ ਫਾਇਦਾ ਇਹ ਸੀ ਕਿ ਬੱਚਿਆਂ ਨੂੰ ਵੱਡੇ ਭਰਾ ਭੈਣਾਂ ਜਿਹੜੀ ਸੀ ਉਹ ਕਾਫੀ ਚੀਜ਼ਾਂ ਸਿਖਾ ਕੇ ਮਾਪਿਆਂ ਦਾ ਬਰਡਨ ਘੱਟ ਕਰ ਦਿੰਦੇ ਸੀ। ਹੁਣ ਇਹ ਹੈ ਵੀ ਬੱਚਾ ਹੀ ਇੱਕ ਤੇ 2 ਬੱਚੇ ਨੇ ਔਰ ਮਾਪਿਆਂ ਨੇ ਪਾਲਣੇ ਨੇ। ਜੇ ਉਹਨਾਂ ਨੂੰ ਉਹ ਪੂਰੀ ਤਰ੍ਹਾਂ ਨਹੀਂ ਪਾਲਦੇ, ਜਿਹਨਾਂ ਨੂੰ ਕਹਿੰਦੇ ਕਿ ਅਪ ਟੂ ਦ ਸਟੈਂਡਰਡਸ ਨਹੀਂ ਰੱਖਦੇ, ਫਿਰ ਉਹਨਾਂ ਨੂੰ ਹੋਰ ਵੀ ਦੁੱਖ ਹੋਏਗਾ, ਯਾਰ ਅਸੀਂ ਬੱਚੇ ਤਾਂ ਪਾਲੇ ਜ਼ਰੂਰ, ਪਰ ਅਸੀਂ ਆਹ ਵੀ ਨਹੀਂ ਸਿਖਾਇਆ, ਇਹਨੂੰ ਇੱਥੇ ਨਹੀਂ ਲੈ ਕੇ ਗਏ, ਤੂੰ ਇੱਥੇ ਨਹੀਂ ਲੈ ਕੇ ਗਏ। ਫਿਰ ਉਸ ਪਛਤਾਵੇ ਦਾ ਕੀ ਬਣੇਗਾ? ਉਹ ਪਛਤਾਵਾ ਵੀ ਤਾਂ ਬੁਰਾ ਕਿ ਨਹੀਂ ਮਾਨਸਿਕ ਤੌਰ ਤੇ? ਦੇਖੋ ਮਿਸਟਰ ਥਿੰਨ, ਜਿਵੇਂ ਤੁਸੀਂ ਕੀਤੀ ਆਫ ਕੋਰਸ ਤੁਸੀਂ ਆਪਾਂ ਨਿਊਕਲੀਅਰ ਫੈਮਿਲੀਜ਼ ਦੀ, ਪਰ ਜੇ ਆਪਾਂ ਬਹੁਤ ਇੱਕ ਵਾਰੀ ਸਟਾਰਟਿੰਗ ਤੋਂ ਪਿੱਛੇ ਜਾ ਵੜੀਏ ਨਾ, ਪਹਿਲਾਂ ਮਾਪਿਆਂ ਲਈ ਨਾ ਬੱਚੇ ਇਕਨੋਮਿਕਸ ਐਸਟ ਸੀਗੇ। ਤੁਸੀਂ ਸਕੂਲ ਦੇ ਸਿਸਟਮ ਤੋਂ ਵੀ ਪਹਿਲਾਂ ਵੀ ਜੇ ਕਿਸੇ ਦੇ ਘਰੇ 10 ਮੁੰਡੇ ਜੰਮ ਪੈਂਦੇ ਸੀ ਤੇ ਉਹ ਕਹਿੰਦੇ ਸੀ 10 ਕਮਾਉਣ ਵਾਲੇ ਹੋ ਗਏ, ਕਿਉਂਕਿ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਕੰਮ ਤੇ ਫਾਰਮਿੰਗ ਦੇ ਇਹਨਾਂ ਕੰਟਰੀਆਂ ਦੇ ਵਿੱਚ ਵੀ ਸਕੂਲ ਦੇ ਸਿਸਟਮ ਤੋਂ ਪਹਿਲਾਂ ਲਾਉਂਦੇ ਰਹੇ ਆ, ਕਿਉਂਕਿ ਮਾਪਿਆਂ ਲਈ ਬੱਚਾ ਇੱਕ ਕਮਾਉਣ ਦਾ ਜ਼ਰੀਆ ਬਣ ਜਾਂਦਾ ਸੀ ਵੀ ਇੱਕ ਹੋਰ ਕਮਾਉਣ ਵਾਲਾ ਹੋ ਗਿਆ, ਰਾਈਟ। ਹੁਣ ਉਹ ਸ਼ਿਫਟ ਹੋਈ ਆ ਕਿ ਮਾਪਿਆਂ ਲਈ ਬੱਚੇ ਇੱਕ ਸਾਈਕੋਲੋਜੀਕਲ ਐਸੈਟਸ ਬਣ ਗਏ ਨੇ, ਐਂਡ ਉਹਦੇ ਨਾਲ ਕੰਮ ਵਧਿਆ ਵਾ। ਤੁਸੀਂ ਦੇਖੋ ਕਿ ਬੱਚੇ ਸਕੂਲ ਜਾਣ ਲੱਗ ਗਏ ਤੇ ਇਹਦਾ ਕੰਮ ਕਿਹਦਾ ਇਹਦੇ ਨਾਲ ਜ਼ਿਆਦਾ ਵਧਿਆ? ਮਾਪੇ ਦਾ ਜ਼ਿਆਦਾ ਵਧਿਆ। ਹੋਮਵਰਕ ਉਹਨਾਂ ਨੂੰ ਮਿਲਣ ਲੱਗ ਗਿਆ, ਮਾਪੇ ਦਾ ਜ਼ਿਆਦਾ ਵਧਿਆ। ਐਕਟੀਵਿਟੀਜ਼ ਜ਼ਿਆਦਾ ਹੋਣ ਲੱਗ ਗਈਆਂ, ਮਾਪਿਆਂ ਦਾ ਕੰਮ ਵਧਿਆ। ਉਹਨਾਂ ਨੂੰ ਗੈਜਟਸ, ਉਹਨਾਂ ਨੂੰ ਦੇ ਜਿਹੜੇ ਰਿਸੋਰਸਿਸ ਉਹਨਾਂ ਨੂੰ ਪ੍ਰੋਵਾਈਡ ਕਰਨੇ, ਕਿਹਦੇ ਤੇ ਪ੍ਰੈਸ਼ਰ ਪਿਆ? ਮਾਪੇ ਤੇ ਜ਼ਿਆਦਾ ਪ੍ਰੈਸ਼ਰ ਪਿਆ। ਸੋ ਸਾਈਕੋਲੋਜੀਕਲ ਐਸੈਟਸ ਬਣ ਚੁੱਕੇ ਆ। ਇਹਦਾ ਮਤਲਬ ਹੈ ਕਿ ਮੈਂ ਆਪਣੇ ਬੱਚੇ ਨੂੰ ਇੱਕ ਪਰਫੈਕਟ ਤੇ ਇੱਕ ਪ੍ਰੋਬਲਮ ਫਰੀ ਲਾਈਫ, ਕਾਮਯਾਬ ਵਾਲੀ ਤੇ ਖੁਸ਼ੀ ਵਾਲੀ ਜਿਹੜੀ ਉਹ ਜ਼ਿੰਦਗੀ ਦੇਣਾ ਚਾਹੁੰਦਾ। ਬੱਚਾ ਸਾਡਾ ਕਾਮਯਾਬ ਵੀ ਹੋ ਜਾਏ, ਫਿਰ ਖੁਸ਼ ਵੀ ਰਹੇ, ਫਿਰ ਵਿਆਹ ਵੀ ਕਰਵਾਵੇ, ਉਸ ਲਾਈਫ 'ਚ ਤੁਹਾਡਾ ਵੀ ਸਿਸਟਮ, ਤੁਹਾਡੇ ਵੀ ਨਕਸ਼ੇ ਤਰੀਕੇ ਨਾਲ ਹੀ ਚੱਲਦਾ ਰਵੇ ਨਾ, ਵੀ ਜਿੰਨੇ ਤੁਸੀਂ ਸੋਚਿਆ ਵਾ, ਜਿੰਨੇ ਤੁਸੀਂ ਨਕਸ਼ਾ ਜਿਵੇਂ ਜਿਹਾ ਉਹਦੇ ਲਈ ਬਣਾਇਆ ਵਾ, ਉਹਦੀ ਜ਼ਿੰਦਗੀ ਦਾ ਉਸ 'ਤੇ ਹੀ ਚੱਲਦਾ ਰਵੇ। ਪਰ ਸਾਨੂੰ ਇਹ ਸੋਚਣਾ, ਜੀ ਹਾਂ, ਜਿਵੇਂ ਤੁਸੀਂ ਕਿਹਾ ਕਿ ਸਾਡੇ ਅੱਗੇ ਮਿਸਟਰ ਥਿੰਡ ਕਹਿੰਦੇ 4 ਜਣੇ ਇੱਕ ਬੱਚੇ ਨੂੰ ਪਾਲਦੇ ਸੀ, ਕਿਉਂਕਿ ਉਹਦੇ ਨਾਲ ਨਾ 4 ਅਡਲਟ ਹੁੰਦੇ ਸੀ। ਅੱਜ ਕੱਲ੍ਹ ਨਿਊਕਲੀਅਰ ਫੈਮਿਲੀਜ਼ ਕਿਉਂਕਿ ਦੋ ਮਾਂ-ਬਾਪ ਇੱਕ ਬੱਚੇ ਤੇ ਆ, ਉਹ ਵੀ ਇਹ ਨਹੀਂਗਾ ਕਿ ਮਾਂ-ਬਾਪ ਪੂਰਾ ਟਾਈਮ ਇੱਕ ਬੱਚੇ ਤੇ ਆ। ਬਹੁਤ ਬੱਚੇ ਡੇ ਕੇਅਰ ਦੇ ਵਿੱਚ। ਮੈਨੂੰ ਹੁਣ ਤਾਂ ਇੱਕ ਮੈਂ ਆਰਟੀਕਲ ਪੜ੍ਹ ਰਹੀ ਸੀ ਤੇ ਉਹ ਕਹਿੰਦੇ ਵੀ ਪਹਿਲੇ 3-4 ਸਾਲ ਇੰਡੀਆ 'ਚ ਲੈ ਕੇ ਜਾਵੋ ਬੱਚੇ ਨੂੰ। ਹੁਣੇ ਵੀ ਆਰਟੀਕਲ 'ਚ ਮੈਂ ਇੱਕ ਪੜ੍ਹਿਆ, ਕਿਉਂਕਿ ਉੱਥੇ ਉਹ ਕਹਿੰਦੇ ਕਿ ਐਕਸਟੈਂਡਡ ਫੈਮਿਲੀ ਹੁੰਦੀ ਆ ਤੇ ਬੱਚਿਆਂ ਨੂੰ ਇੱਕ ਰਿਲੇਸ਼ਨਲ ਕਨੈਕਸ਼ਨ ਮਿਲਦੀ ਆ। ਇੱਕ ਬੱਚੇ ਨੂੰ ਟੀਵੀ ਨਾ ਪਾਲੇ, ਇੱਕ ਬੱਚੇ ਨੂੰ ਫੋਨ ਨਾ ਪਾਲੇ, ਇੱਕ ਬੱਚੇ ਨੂੰ ਲੋਕ ਪਾਲਣ, ਐਂਡ ਸਾਡੀ ਮਾਨਸਿਕ ਸਥਿਤੀ ਜਿਹੜੀ ਪਹਿਲਾਂ ਬੈਟਰ ਰਹਿੰਦੀ ਸੀ, ਉਹ ਇਸੇ ਕਰਕੇ ਵੀ ਬੈਟਰ ਰਹਿੰਦੀ ਸੀ। ਐ ਨਹੀਂ ਸੀ ਪਹਿਲਾਂ ਲੋਕਾਂ ਦਾ ਟਰੋਮਾ ਨਹੀਂ ਸੀ ਹੁੰਦਾ, ਲੋਕਾਂ ਕੋਲ ਆਲੇ ਦੁਆਲੇ ਹਿਊਮਨ ਬੀਇੰਗ ਸੀ। ਅੱਜ ਤੁਹਾਨੂੰ ਟੀਵੀ ਪਾਲ ਰਿਹਾ ਵਾ, ਸਕਰੀਨ ਪਾਲ ਰਿਹਾ ਸਾਡੇ ਬੱਚਿਆਂ ਨੂੰ। ਤੁਸੀਂ ਦੇਖੋ ਵੀ ਆਪਦੇ ਸਕਰੀਨ ਦਾ ਟਾਈਮ ਦੇਖ ਕੇ ਦੇਖੋ ਵੀ ਸਾਡੇ ਬੱਚਿਆਂ ਨੂੰ ਪਾਲ ਕੌਣ ਰਿਹਾ ਵਾ? ਇੱਕ ਸਕਰੀਨ ਪਾਲ ਰਿਹਾ, ਇੱਕ ਹਿਊਮਨ ਪਾਲ ਰਿਹਾ। ਤੇ ਜੇ ਹਿਊਮਨ ਪਾਲ ਰਿਹਾ ਵਾ, ਉਹ ਸੁਭਾਵਿਕ ਆ ਕਿ ਉਹਦੇ ਵਿੱਚੋਂ ਦੀ ਜਿਹੜੀ ਨਮਰਤਾ, ਉਹਦਾ ਪਿਆਰ ਆ, ਉਹਦੀ ਅਫੈਕਸ਼ਨ ਉਹ ਬੱਚੇ ਤੱਕ ਜਾਊਗੀ, ਪਰ ਸਕਰੀਨ ਉਹ ਚੀਜ਼ ਨਹੀਂ ਦੇ ਸਕੂਗਾ। ਹੁਣ ਮਾਨਸਿਕ ਸੇ ਤਾਂ ਜੇ ਮਾਪੇ ਇਸ ਭੱਜ ਦੌੜ ਦੇ ਵਿੱਚ ਚੱਲ ਰਹੇ ਪੂਰੀ ਰੇਸ ਦੇ ਵਿੱਚ, ਤੇ ਬੱਚੇ ਤਾਂ ਹੁਣ ਉਹਨਾਂ ਨੂੰ ਫੋਲੋ ਹੀ ਕਰਦੇ ਨੇ, ਤੜਕੇ ਠਾਲ ਲੈਂਦੇ ਨੇ ਬੱਚੇ ਨੂੰ।
ਪ੍ਰੈਸ਼ਰ ਬਹੁਤ ਆ ਉਹਨਾਂ ਦੇ, ਤੇ ਫਿਰ ਦੋਨਾਂ ਦੀ ਮਾਨਸਿਕ ਸਿਹਤ ਤੇ ਅਸਰ ਪਏਗਾ। ਤੁਸੀਂ ਆਪਦੀ ਮਾਨਸਿਕਤਾ ਵੀ ਉਹਨਾਂ ਨੂੰ ਪ੍ਰੋਵਾਈਡ ਕਰਨੀ ਆ, ਐਂਡ ਉਹ ਮਾਨਸਿਕਤਾ ਕਿੱਦਾਂ ਦੀ ਆ, ਜੇ ਉਹ 10 ਐਕਟੀਵਿਟੀਜ਼ ਹਫਤੇ ਦੀਆਂ ਕਰਦੇ ਆ ਪਰ ਤੁਹਾਡੀ ਮਾਨਸਿਕਤਾ 'ਚੋਂ ਸਿਰਫ ਉਹ ਪ੍ਰੈਸ਼ਰ ਹੀ ਮਹਿਸੂਸ ਕਰ ਰਹੇ ਨੇ, ਇਹਦਾ ਮਤਲਬ ਉਹ 10 ਐਕਟੀਵਿਟੀਜ਼ ਉਹਨਾਂ ਨੂੰ ਪਲੇ ਨਹੀਂ ਲੱਗ ਰਹੀਆਂ, ਇਹਦਾ ਮਤਲਬ ਉਹ ਉਹਨਾਂ ਨੂੰ ਪ੍ਰੈਸ਼ਰ ਲੱਗ ਰਹੀਆਂ ਨੇ। ਸੋ ਇਹ ਸਾਨੂੰ, ਐਂਡ ਜਿਵੇਂ ਮਿਸਟਰ ਤਿੰਨ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਨਿਊਕਲੀਅਰ ਫੈਮਲੀਜ਼, ਐਂਡ ਤੁਸੀਂ ਦੇਖੋ ਕਿ ਇੱਕ ਮਾਪੇ ਤੇ ਅੱਗੇ ਇਕੱਲੇ ਮਾਂ ਪਿਓ ਤੇ ਕਦੇ ਇਹ ਚੀਜ਼ ਨਿਰਭਰ ਨਹੀਂ ਸੀ ਮੈਂ ਆਪਦਾ ਬੱਚਾ ਪਾਲਣਾ। ਤੁਸੀਂ ਇੰਡੀਆ ਦੇ ਵਿੱਚ ਵੇਖੋ ਜਿੱਥੇ ਅਸੀਂ ਵੱਡੇ ਹੋਏ ਹਾਂ, ਬਹੁਤ ਇਕੱਠੇ ਰਲ ਕੇ ਲੋਕੀ ਬੱਚੇ ਹਾਂ, ਕਦੇ ਏਦਾਂ ਨਹੀਂ ਸੀ ਮਾਂ ਬਾਪ ਨੇ ਦਿਮਾਗ ਤੇ ਲਾਇਆ ਵੀ ਇਹ ਬੱਚਾ ਮੈਂ ਹੀ ਪਾਲਣਾ, ਇਹਨੂੰ ਮੈਂ ਹੀ ਸਹੀ ਪਾਲ ਸਕਦਾ ਵਾਂ। ਜਾਂ ਬੱਚੇ ਦੇ ਜਿਹੜੇ ਸੀਗੇ ਸਿਬਲਿੰਗਸ, ਉਹ ਵੀ ਕਈ ਵਾਰੀ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ ਆਪਣੀ ਵੱਡੇ ਹੁੰਦੇ ਸੀ। ਐਂਡ ਤੁਸੀਂ ਜਿਵੇਂ ਆਪਾਂ ਆਫ ਏਅਰ ਵੀ ਗੱਲ ਕਰਦੇ ਸੀਗੇ ਕਿ ਜਦੋਂ ਕੋਈ ਵਾਰ ਰਿਸ਼ਤੇਦਾਰ ਵੀ ਘਰੇ ਆਉਂਦੇ ਹੁੰਦੇ ਸੀਗੇ, ਅਸੀਂ ਜਦੋਂ ਵੱਡੇ ਹੋ ਰਹੇ ਸੀ ਇੰਡੀਆ ਦੇ ਵਿੱਚ, ਤੇ ਰਿਸ਼ਤੇਦਾਰ ਆ ਜਾਣਾ ਤੇ ਉਹਨਾਂ ਦੇ ਕੋਲੇ ਬੈਠੇ ਰਹਿਣਾ, ਜੀ ਨਹੀਂ ਸੀ ਕਰਦਾ ਉਹਨਾਂ ਕੋਲ ਉੱਠਣ ਨੂੰ। ਕਈ ਵਾਰ ਮੰਮੀ ਨੇ ਕਹਿਣਾ ਵੀ ਕੁਛ ਲੈ ਆਵੇ ਖਾਣ ਵਾਸਤੇ, ਤੇ ਫਿਰ ਵੀ ਜੀ ਨਹੀਂ ਸੀ ਕਰਦਾ ਵੀ ਨਹੀਂ ਉਹਨਾਂ ਕੋਲੇ ਬੈਠ, ਹਾਲੇ ਕਿ ਉਹ ਸਾਡੀ ਏਜ ਦੇ ਵੀ ਨਹੀਂ ਸੀ ਹੁੰਦੇ। ਪਰ ਅੱਜ ਜਦੋਂ ਅਸੀਂ ਬੱਚਿਆਂ ਨਾਲ ਕਰਦੇ, ਤੇ ਅੱਜ ਉਹ ਮਾਹੌਲ ਹੈ ਨਹੀਂ, ਕਿਉਂਕਿ ਬੱਚੇ ਰਿਸ਼ਤਿਆਂ 'ਚ ਪਲੇ ਨਹੀਂ ਗਏ, ਗੈਜਟਸ ਤੇ ਪਲ ਰਹੇ ਨੇ, ਉਹ ਸਕਰੀਨ ਤੇ ਪਲ ਰਹੇ ਨੇ, ਉਹ ਵੀਡੀਓ ਗੇਮਸ ਦੇ ਵਿੱਚ ਪਲ ਰਹੇ ਨੇ। ਸੋ ਸਾਡੇ ਲਈ ਜਿਹੜੇ ਨਿਊਕਲੀਅਰ ਪੇਰੈਂਟਸ ਆ, ਜਿਹੜੇ ਸਿੰਗਲ ਪੇਰੈਂਟਸ ਆ, ਇਹਨਾਂ ਲਈ ਇਹ ਜਾਣਨਾ ਜ਼ਰੂਰੀ ਕਿ ਆਪਦੇ ਲਈ ਵੀ ਕਮਿਊਨਿਟੀ ਇੱਕ ਬਣਾਵੋ। ਕਮਿਊਨਿਟੀ ਦਾ ਮਤਲਬ ਹੈ ਕਿ ਮੇ ਬੀ ਤੁਸੀਂ 3-4 ਉਹ ਕਹਿ ਰਹੇ ਕਿ ਜਿਹੜੇ ਇੱਥੇ ਸਿੰਗਲ ਫੈਮਲੀਜ਼ ਮੂਵ ਹੋ ਰਹੀਆਂ ਨਾ ਕੈਨੇਡਾ ਦੇ ਵਿੱਚ, ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਬਹੁਤ ਖਤਰੇ 'ਚ ਆ। ਕਿਉਂ? ਬਿਕਾਜ਼ ਸਿਰਫ 2 ਹੀ ਜਣੇ ਪਾਲ ਰਹੇ ਨੇ ਤੇ 2 ਹੀ ਜਣੇ ਉਹਨਾਂ ਨੇ ਕੰਮ ਕਰਨਾ ਵਾ। ਪਰ ਜਿਨ੍ਹਾਂ ਦੀਆਂ ਤਾਂ ਐਕਸਟੈਂਡਡ ਫੈਮਲੀਜ਼ ਆ, ਜਿਹੜੇ ਹੈਲਪ ਲੈ ਸਕਦੇ ਹੋ ਤਾਂ ਵੈਲ ਐਂਡ ਗੁੱਡ ਆ। ਪਰ ਜਿਹੜੇ ਨਿਊਕਲੀਅਰ ਪੇਰੈਂਟਸ ਆ, ਤੁਸੀਂ ਇਹ ਦੇਖਣਾ ਵੀ ਜਿਹੜੀ ਤੁਹਾਡੀ ਮਾਨਸਿਕਤਾ ਦਾ ਪ੍ਰੈਸ਼ਰ ਆ, ਤੁਹਾਡੇ ਬੱਚੇ ਤੇ ਡੁੱਲੇ ਨਾ। ਚਾਹੇ ਐਕਟੀਵਿਟੀ, ਚਾਹੇ ਉਹ ਕਿੱਕ ਘੱਟ ਕਰ ਲਵੇ, ਇੱਕ ਬਾਸਕਟਬਾਲ, ਉਹ ਬੇਸਬਾਲ ਉਹ ਕਰੇ, ਪਰ ਉਹ ਆਪਦੇ ਇੱਕ ਪਲੇਫੁਲਨੈਸ 'ਚੋਂ ਕਰੇ, ਰੈਦਰ ਦੈਨ ਵੀ ਮੈਨੂੰ ਪ੍ਰੈਸ਼ਰ ਆ। ਪ੍ਰੈਸ਼ਰ ਤੁਹਾਨੂੰ ਪ੍ਰੈਸ਼ਰ ਆ ਵੀ ਮੇਰਾ ਬੱਚਾ ਸਿੱਖੇ, ਉਹਨੂੰ ਪ੍ਰੈਸ਼ਰ ਆ ਵੀ ਮੰਮੀ ਦਾ ਪ੍ਰੈਸ਼ਰ ਆ ਵੀ ਮੈਂ ਕਰਨੀ ਤੇ ਮੈਂ ਕਰਨੀ ਆ। ਤੁਸੀਂ ਦੇਖੋ ਵੀ ਇਹ ਲੜੀ ਕਿਤੇ ਟੁੱਟਣੀ ਨਹੀਂ ਗਈ, ਹਨਾ। ਤੁਹਾਨੂੰ ਵੀ ਪ੍ਰੈਸ਼ਰ, ਤੁਹਾਨੂੰ ਸੁਸਾਇਟੀ ਦਾ ਪ੍ਰੈਸ਼ਰ ਆ ਵੀ ਜੇ ਸਾਰਿਆਂ ਦੇ ਬੱਚੇ ਨੂੰ ਸਾਰੀਆਂ ਗੇਮਾਂ ਆਉਂਦੀਆਂ, ਮੇਰੇ ਨੂੰ ਕੁਝ ਨਹੀਂ ਆਉਂਦਾਗਾ, ਉਹਦਾ ਬੱਚਾ ਤਾਂ 3 ਲੈਂਗੁਏਜਸ ਕਰਦਾ, ਉਹਦੇ ਬੱਚੇ ਨੇ ਤਾਂ ਹਾਈ ਸਕੂਲ ਦੇ ਵਿੱਚ ਕੈਲਕੂਲਸ ਲੈ ਲਿਆ ਸੀ। ਵੀਕਐਂਡ ਤੇ ਜਾ ਕੇ ਉਹਨਾਂ ਛੇਹੀ ਮਾਰਨੀ ਕਿ ਮੇਰਾ ਬੱਚਾ ਆ ਵੀ ਕਰ ਲੈਂਦਾ, ਆ ਵੀ ਕਰ ਲੈਂਦਾ, ਆ ਵੀ ਕਰ ਲੈਂਦਾ। ਐਗਜ਼ੈਕਟਲੀ। ਸੋ ਕਾਸਟ ਕੀ ਪੇ ਕਰ ਰਹੇ। ਐਗਜ਼ੈਕਟਲੀ। ਫਿਰ ਅਸੀਂ ਦੇਖਣਾ ਵੀ ਇਹ ਇੱਕ ਮਾਪਾ ਵੀ ਪ੍ਰੈਸ਼ਰਾਈਜ਼ ਸੁਸਾਇਟੀ 'ਚ ਰਹਿ ਰਹੇ ਹਾਂ ਅਸੀਂ। ਫਿਰ ਇਹਦਾ ਮਤਲਬ ਪ੍ਰੈਸ਼ਰ ਇੱਕ ਸੁਸਾਇਟੀ ਕਰ ਰਹੀ ਆ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਦੱਸਦੇ ਮੇਰਾ ਬੱਚਾ ਸੌਕਰ ਤੇ ਵੀ ਜਾਂਦਾ, ਸਵਿਮਿੰਗ ਤੇ ਵੀ ਜਾਂਦਾ, ਕੋਡਿੰਗ ਵੀ ਸਿੱਖਦਾ, ਕੰਪਿਊਟਰ ਦੀ ਭੰਗੜਾ ਵੀ ਪਾਉਂਦਾ, ਤੇ ਸਾਨੂੰ ਲੱਗਦਾ ਵੀ ਦੂਸਰਾ ਕਹਿੰਦਾ ਵੀ ਮੈਂ ਹੀ ਨਾ ਪਿੱਛੇ ਰਹਿ ਜਾਵਾਂ ਕਿਤੇ। ਸੋ ਇਹ ਇੱਕ ਸੁਸਾਇਟੀ ਦੇ ਲੈਵਲ ਤੇ ਸਾਨੂੰ ਬਦਲਣ ਦੀ ਲੋੜ ਆ ਕਿ ਅਸੀਂ ਪੇਰੈਂਟ ਨੂੰ ਪ੍ਰੈਸ਼ਰ ਨਾ ਕਰੀਏ, ਉਹਨਾਂ ਦੇ ਬੱਚੇ ਨੂੰ। ਕਿਉਂਕਿ ਮੈਂ ਅਕਸਰ, ਮੇਰੇ ਕੋਲ ਵੀ ਪੇਰੈਂਟ ਆਉਂਦੇ ਤੇ ਉਹ ਕਹਿੰਦੇ ਜਦੋਂ ਬੱਚਾ ਇਹ ਲੈਂਦਾ ਤੇ ਪ੍ਰਾਊਡ ਫੀਲ ਕਰੀਦਾ ਦੂਸਰੇ ਪੇਰੈਂਟ ਦੇ ਵਿੱਚ। ਸੋ ਜੇ ਅਸੀਂ ਐਜ਼ ਅ ਸੁਸਾਇਟੀ ਦੇ ਵਿੱਚ ਇਹ ਪ੍ਰੈਸ਼ਰ ਘੱਟ ਕ੍ਰੀਏਟ ਕਰਨ ਲੱਗ ਗਏ ਮਾਪਿਆਂ ਵਾਸਤੇ, ਤੇ ਮਾਪੇ ਇੱਕ ਰਿਲੈਕਸਡ ਮਾਨਸਿਕ ਸਥਿਤੀ 'ਚੋਂ ਬੱਚੇ ਪਾਲਣਗੇ। ਉਹ ਚਾਹੇ 2 ਗੇਮਾਂ ਹਫਤੇ ਦੀਆਂ ਕਰਾਉਣ, ਚਾਹੇ 3 ਕਰਾਉਣ, ਪਰ ਉਹਨਾਂ ਦੀ ਮਾਨਸਿਕ ਸਥਿਤੀ ਉਹ ਜਿਹੜੀ ਸ਼ਾਂਤੀ ਦੇ ਵਿੱਚ ਹੋਊਗੀ। ਮਿਸਟਰ ਦਿਨ, ਜਿਵੇਂ ਆਪਾਂ ਕਹਿੰਦੇ ਨਾ ਕਿ ਆਪਾਂ ਆਪਣੇ ਬੱਚੇ ਨੂੰ ਖੁਸ਼ੀ ਦੇਣਾ ਚਾਹੁੰਦੇ ਹਾਂ, ਆਪਾਂ ਚਾਹੁੰਦੇ ਮੇਰਾ ਬੱਚਾ ਖੁਸ਼ ਹੋਵੇ, ਕਾਮਯਾਬ ਹੋਵੇ। ਇੱਕ ਬਾਈ ਪ੍ਰੋਡਕਟ ਤਾਂ ਹੋ ਸਕਦੇ, ਪਰ ਸਿੱਧੀਆਂ ਨਹੀਂ ਦੇ ਸਕਦੇ। ਹੁਣ ਅਸੀਂ ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਕਹਾਂ ਕਿ ਮੈਂ ਮਿਸਟਰ ਸਿੰਘ ਨੂੰ ਖੁਸ਼ੀ ਦੇਣੀ ਆ, ਨਹੀਂ ਦੇ ਸਕੂੰਗੀ। ਹਾਂ, ਜੇ ਤੁਹਾਡੇ ਨਾਲ ਗੱਲਬਾਤ ਕਰਨ ਲੱਗ ਜਾਈਏ, ਤੁਹਾਡਾ ਹਾਲ ਚਾਲ ਪੁੱਛਣ ਲੱਗ ਜਾਈਏ, ਤੁਹਾਡੀ ਸਿਹਤ ਬਾਰੇ ਪੁੱਛਣ ਲੱਗ ਜਾਈਏ, ਤੁਹਾਡੇ ਲਾਈਫ ਐਕਸਪੀਰੀਅੰਸ, ਐਜ਼ ਅ ਰਿਜ਼ਲਟ ਕੀ ਹੋਊਗਾ, ਤੁਸੀਂ ਕਨੈਕਟਡ ਫੀਲ ਕਰੋਗੇ, ਤੁਹਾਨੂੰ ਖੁਸ਼ੀ ਆ ਜਾਊਗੀ। ਇਹ ਬਾਈ ਪ੍ਰੋਡਕਟ ਹੋ ਸਕਦੇ ਆ, ਪਰ ਇਹਦੇ ਲਈ ਸਾਨੂੰ ਕੁਝ ਕਰਨਾ ਪੈਂਦਾ। ਜੇ ਅਸੀਂ ਇਕੱਲਾ ਕਹੀਏ ਅਸੀਂ ਬੱਚੇ ਨੂੰ ਖੁਸ਼ੀ ਦੇਣੀ, ਤੇ ਉਹ ਕੋਈ ਹੈ ਨਹੀਂ ਵੀ ਚੀਜ਼ ਅਸੀਂ ਐਂ ਵੰਡ ਦਈਏ। ਤੁਸੀਂ ਕੀ ਕਰ ਰਹੇ, ਐਫਰਟਸ ਕੀ ਕਰ ਰਹੇ ਹੋ? ਐਗਜ਼ੈਕਟਲੀ। ਐਂਡ ਜੇ ਅਸੀਂ ਬੱਚੇ ਨੂੰ ਆਪਦੀ ਕਾਮਯਾਬੀ ਦੇਣੀ ਹੈ, ਤੇ ਅਸੀਂ ਇਹ ਵੀ ਚੀਜ਼ ਨਹੀਂ ਵੀ ਉਹ ਥੋੜੀ ਜਿਵੇਂ ਪੈਸਾ ਹੋਵੇ ਤੇ ਅਸੀਂ ਵੰਡ ਦਈਏ। ਕਾਮਯਾਬੀ ਦਾ ਮਤਲਬ ਹੈ ਕਿ ਇੱਕ ਬੱਚੇ ਨੂੰ ਅਸੀਂ ਵਰਕ ਐਥਿਕਸ, ਇੱਕ ਬੱਚੇ ਨੂੰ ਇੰਡੀਪੈਂਡੈਂਸ ਕਿੰਨੀ ਕੁ ਸਿੱਖੀ ਆ, ਉਹ ਆਪਦੇ ਕਲੀਨ ਆਫਟਰ ਹਿਮਸੈਲਫ ਔਰ ਹਰਸੈਲਫ ਕਿਵੇਂ ਕਰਦਾ ਵਾ, ਉਹ ਲੋਕਾਂ ਦੇ ਵਿੱਚ ਕਿੰਨਾ ਕੁ ਇੰਟਰੈਕਟ ਕਰਦਾ, ਉਹ ਰਿਲੇਸ਼ਨਲੀ ਕਿੰਨਾ ਕੁ ਰਿਸ਼ਤਿਆਂ ਦੇ ਵਿੱਚ ਆਪਦੇ ਆਪ ਦਾ ਦੁੱਖ ਦੱਸ ਪਾਉਂਦਾ ਜਾਂ ਮਦਦ ਲੈ ਸਕਦਾ ਵਾ। ਸਮਝਦੇ ਹੋ? ਐਜ਼ ਅ ਰਿਜ਼ਲਟ ਕਾਮਯਾਬੀ ਉਹਦੇ ਕੋਲ ਆ ਜੂਗੀ। ਸਮਝਦੇ ਹੋ? ਸੋ ਇਹ ਜਿਹੜੀਆਂ ਚੀਜ਼ਾਂ ਸਾਡੇ ਲਈ, ਇਹ ਜਾਣਨਾ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਆ ਵੀ ਅਸੀਂ ਆਪਦੀ ਮਾਨਸਿਕ ਸਥਿਤੀ ਨੂੰ ਉਸ ਪ੍ਰੈਸ਼ਰ ਤੋਂ ਕਿਵੇਂ ਘਟਾਉਣਾ ਵਾ। ਐਂਡ ਇਹ ਐਜ਼ ਅ ਸੁਸਾਇਟੀ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਕਿਸੇ ਦੇ ਬੱਚੇ ਦੀਆਂ 4 ਗੇਮਾਂ ਵੇਖ ਕੇ ਆਪਦੇ ਆਪ 'ਚ ਪ੍ਰੈਸ਼ਰ ਨਾ ਕਰੀਏ ਜਾਂ ਕ੍ਰੀਏਟ ਨਾ ਕਰੀਏ ਦੂਸਰੇ ਤੇ ਵੀ ਨਹੀਂ ਇਹਨੂੰ ਭੰਗੜੇ 'ਚ ਪਾਓ, ਇਹ ਉੱਥੇ ਘਰੇ ਤਾਂ ਗੇਮਾਂ ਖੇਡਦੇ ਰਹਿੰਦੇ ਆ, ਜਾਂ ਇਹਨਾਂ ਨੂੰ ਭੰਗੜੇ 'ਚ ਪਾਓ, ਜਾਂ ਇਹਨਾਂ ਨੂੰ ਕਰੋ ਸਵਿਮਿੰਗ ਦੇ ਵਿੱਚ ਪਾਓ। ਕਿਉਂਕਿ ਉਹ ਪ੍ਰੈਸ਼ਰਾਈਜ਼ ਸਿਸਟਮ ਦੇ ਵਿੱਚੋਂ ਤੁਸੀਂ ਇੱਕ ਬੱਚੇ ਨੂੰ ਜ਼ਿੰਦਗੀ ਦਾ ਇੰਪ੍ਰੈਸ਼ਨ ਦਿੱਤਾ ਕਿ ਇੱਥੇ ਭੱਜ ਦੌੜ ਆ, ਤੇ ਇੱਥੇ ਭੱਜ ਜਿੰਨਾ ਭੱਜ ਹੁੰਦਾ। ਸਮਝਦੇ? ਜੇ ਅਸੀਂ ਆਪਦੇ 7-8 ਸਾਲ ਦੇ ਬੱਚਿਆਂ ਨੂੰ ਅਜੇ ਹੁੰਦਾ ਵੀ ਸੁਸਾਈਡਲ ਥਾਟਸ ਆਉਂਦੀਆਂ, ਦੈਟਸ ਸੋ ਸੈਡ।
ਮੀਨ ਜਦੋਂ ਅਸੀਂ ਖੇਡਦੇ ਸੀ, ਜਦੋਂ ਸਾਨੂੰ ਸਿਰਫ ਇੱਕ ਖੇਡਣ ਦੀ ਟੈਨਸ਼ਨ ਹੁੰਦੀ ਸੀ, ਉਸ ਵੇਲੇ ਸਾਨੂੰ ਜ਼ਿੰਦਗੀ ਲੱਗੇ ਵੀ ਜ਼ਿੰਦਗੀ ਤਾਂ ਪ੍ਰੈਸ਼ਰ ਆ ਜ਼ਿੰਦਗੀ 'ਚ, ਤਾਂ ਕੁਛ ਹੈ ਹੀ ਨਹੀਂ ਚੰਗਾ। ਤੁਸੀਂ ਦੇਖੋ ਕਿੰਨੀ ਸੈਡ ਚੀਜ਼ ਆ, ਵੈਰੀ ਸੈਡ। ਜਦੋਂ 7-8 ਸਾਲ ਦੇ ਬੱਚਿਆਂ ਦੀਆਂ ਇਹੋ ਜਿਹੀਆਂ ਥਾਟਸ ਆਉਂਦੀਆਂ ਕਿ ਵੀ ਮੇਰਾ ਜਿਉਣ ਨੂੰ ਜੀ ਨਹੀਂ ਕਰਦਾ। ਐਂਡ ਫਿਰ ਸਾਨੂੰ ਕਿੱਥੇ ਬਦਲਣਾ ਪੈਣਾ, ਫਿਰ ਸਾਨੂੰ ਦੇਖਣਾ ਪੈਣਾ ਵੀ ਜਿਹੜੇ ਬੱਚੇ, ਜਿਹੜੇ ਮਾਪੇ ਇੰਨੇ ਪ੍ਰੈਸ਼ਰ ਦੇ ਵਿੱਚ ਆ, ਸ਼ਾਇਦ ਉਹਨਾਂ ਦਾ ਵੀ ਜਿਉਣ ਨੂੰ ਜੀ ਨਹੀਂ ਕਰਦਾ ਇਸ ਪ੍ਰੈਸ਼ਰ 'ਚ। ਜੇ ਮਾਨਸਿਕ ਤੌਰ 'ਤੇ ਬਿਮਾਰ ਹੋ ਗਏ, ਫਿਰ ਉਸ ਤੋਂ ਬਾਅਦ ਨਾ ਬੱਚੇ ਦੀ ਜ਼ਿੰਦਗੀ ਜਿਉਣ ਦਾ ਉਹਦਾ ਕੋਈ ਹੱਜ ਆ, ਨਾ ਮਾਪੇ ਦਾ। ਅਸੀਂ ਦੇਖੋ, ਅਸੀਂ ਜਿਵੇਂ ਬਹੁਤ ਵੱਡੀ ਅਮੀਰੀ ਦੇ ਵਿੱਚ ਜਾਂ ਬਹੁਤ ਵੱਡੇ ਪੈਸੇ ਐਕਿਊਮੂਲੇਸ਼ਨ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਖੋ ਦਾਂਗੇ। ਕਿ ਸਾਡੇ ਬੱਚੇ ਦੇ ਆਹ ਬ੍ਰਾਂਡ ਦਾ ਕੱਪੜਾ ਪਾਇਆ ਹੋਵੇ, ਆਹ ਬ੍ਰਾਂਡ ਦਾ ਸ਼ੂ ਪਾਇਆ ਹੋਵੇ, ਉਹ ਪ੍ਰੈਸ਼ਰ ਕਿੱਥੋਂ ਆਉਂਦਾ? ਕਿਉਂਕਿ ਅਸੀਂ ਆਲੇ ਦੁਆਲੇ ਦੇ ਲੋਕਾਂ ਤੋਂ ਦੇਖਦੇ ਹਾਂ। ਪਰ ਜੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹਦਾ ਇੱਕ ਹੋਰ ਵੱਖਰਾ ਪ੍ਰੈਸ਼ਰ ਆ, ਉਹ ਕਹਿੰਦੇ ਹੋਰ ਵੀ ਖਤਰਨਾਕ ਆ ਮਾਨਸਿਕ ਤੌਰ ਤੇ। ਦੇਖੋ ਮਿਸਟਰ ਥਿੰਡ, ਜਦੋਂ ਸਾਡਾ ਇੱਕ ਰਿਸ਼ਤਾ, ਜਦੋਂ ਜਿਹੜੀਆਂ ਚੀਜ਼ਾਂ ਵਾ, ਜਿਹੜੀਆਂ ਆਪਾਂ ਫੋਰ ਐਗਜ਼ਾਮਪਲ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਵੀ ਦਿੰਦੇ ਨੇ, ਜਦੋਂ ਸਾਡੇ ਰਿਸ਼ਤੇ ਕਮਜ਼ੋਰ ਹੁੰਦੇ ਨੇ, ਜਦੋਂ ਸਾਡੇ ਅੰਦਰ ਦੇ ਕਨੈਕਸ਼ਨ ਕਮਜ਼ੋਰ ਹੁੰਦੇ ਨੇ, ਫੋਰ ਐਗਜ਼ਾਮਪਲ ਜੇ ਤੁਹਾਨੂੰ ਕੋਈ ਗਿਫਟ ਲਿਆ ਕੇ ਦਿੰਦਾ ਵਾ, ਤੇ ਤੁਹਾਨੂੰ ਮਹਿਸੂਸ ਹੁੰਦਾ ਵੀ ਅਗਲਾ ਮੇਰੀ ਕਦਰ ਕਰਦਾ, ਮੇਰੀ ਕੇਅਰ ਕਰਦਾ, ਮੈਨੂੰ ਪਿਆਰ ਕਰਦਾ, ਪਰ ਜ਼ਰੂਰੀ ਤਾਂ ਨਹੀਂ ਵੀ ਉਹੀ ਇੱਕ ਤਰੀਕਾ ਦਿਖਾਉਣ ਦਾ। ਹੋਰ ਵੀ ਤਰੀਕੇ ਨਾਲ ਤੁਹਾਡੇ ਦਿਲ 'ਚ ਵੜ ਸਕਦਾ ਵਾ, ਹੋਰ ਵੀ ਤਰੀਕੇ ਨਾਲ ਤੁਹਾਡੀ ਇੱਜ਼ਤ, ਮਾਣ ਜਾਂ ਪਿਆਰ ਤੁਹਾਨੂੰ ਦੇ ਕੇ ਤੁਹਾਡੇ ਨਾਲ ਰਿਸ਼ਤਾ ਬਣਾ ਸਕਦਾ ਵਾ। ਸੋ ਜੀ ਹਾਂ, ਅਫਕੋਰਸ ਜ਼ਰੂਰ ਨੇ। ਆਲੇ ਦੁਆਲੇ ਜੇ ਤੁਹਾਡਾ ਬੱਚਾ ਵੀਡੀਓ ਗੇਮ ਦੇਖੂਗਾ, ਆਲੇ ਦੁਆਲੇ ਜੇ ਬੱਚਾ ਤੁਹਾਡਾ ਬ੍ਰਾਂਡ ਨੇਮ ਦੀ ਕੋਈ ਹੋਰ ਚੀਜ਼ ਦੇਖੂਗਾ, ਤੁਹਾਨੂੰ ਆ ਕੇ ਕਹੂਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਕੀ ਤੁਸੀਂ ਉਹਨੂੰ ਜ਼ਿੰਦਗੀ ਦੇ ਇਸ ਪ੍ਰੈਸ਼ਰ ਦੇ ਵਿੱਚ ਨੱਪਣਾ ਜਾਂ ਉਹ ਤੋਂ ਉੱਭਰਨਾ ਵਾ? ਸਮਝਦੇ ਹੋ? ਐਂਡ ਜੇ ਅਸੀਂ ਦੱਬਣ ਲੱਗ ਗਏ ਆਪਦੇ ਆਪ ਨੂੰ, ਤੇ ਫਿਰ ਤਾਂ ਕਿਤੇ ਵੀ ਐਂਡ ਨਹੀਂਗਾ। ਫਿਰ ਆਈਡੀਅਲੀ ਕਿਵੇਂ ਬੱਚੇ ਪਾਲੀਏ? ਬੜਾ ਵੱਡਾ ਕੁਐਸਚਨ। ਹਾਂਜੀ, ਸੋ ਫਰਸਟ ਆਫ ਆਲ ਮਿਸਟਰ ਥਿੰਡ, ਪਹਿਲਾਂ ਤਾਂ ਆਪਦੇ ਰਿਸੋਰਸਿਸ ਦੇ ਨਾਲ ਕੰਮ ਕਰੋ। ਆਪਦੇ ਆਪ ਨੂੰ ਕੰਪੇਅਰ ਕਰਨਾ ਦੂਜੇ ਪੈਰੈਂਟਾਂ ਨਾਲ ਛੱਡੋ। ਜਸਟ ਬਿਕਾਜ਼ ਕਿਸੇ ਦੇ ਕੋਲੇ ਟਾਈਮ ਆ, ਉਹ ਘਰੇ ਰਹਿੰਦੇ ਨੇ ਤੇ ਉਹ 5 ਐਕਟੀਵਿਟੀਜ਼ ਲੈ ਸਕਦੇ ਨੇ, ਡਜ਼ਨਟ ਮੀਨ ਕਿ ਤੁਸੀਂ ਵੀ ਉਹ ਚੀਜ਼ਾਂ ਕਰ ਸਕਦੇ ਨੇ। ਸਭ ਤੋਂ ਪਹਿਲਾਂ ਆਪਦੀ ਪ੍ਰਾਇੋਰਟੀ ਰੱਖੋ ਕਿ ਮੈਂ ਆਪਦੀ ਮਾਨਸਿਕ ਸ਼ਾਂਤੀ 'ਚੋਂ ਇਹ ਕੰਮ ਕਰਨੇ ਆ, ਪ੍ਰੈਸ਼ਰ 'ਚੋਂ ਨਹੀਂ ਕਰਨੇ। ਐਗਜ਼ੈਕਟਲੀ, ਸ਼ਾਂਤੀ 'ਚ ਤੁਸੀਂ ਇੱਕ ਗੇਮ ਤੇ ਵੀ ਲੈ ਕੇ ਜਾਓਗੇ ਨਾ, ਤੁਹਾਡੇ ਬੱਚੇ ਲਈ ਘਰ ਦਾ ਲਿਵਿੰਗ ਰੂਮ ਵੀ ਪਲੇਗਰਾਊਂਡ ਆ। ਉਹਨੂੰ ਉੱਥੇ ਤੁਸੀਂ ਬਾਲ ਦੇ ਦਿਓ, ਉਹਦੇ ਲਈ ਉੱਥੇ ਕੋਰਟ ਬਣ ਜਾਣੀ ਆ। ਸਮਝਦੇ ਹੋ? ਸੋ ਇਹ ਚੀਜ਼ ਹੈ ਕਿ ਤੁਸੀਂ ਆਪਦੇ ਮਾਨਸਿਕ ਪ੍ਰੈਸ਼ਰ ਨੂੰ ਕਰਨਾ ਵਾ, ਅਸੈਸ ਕਰਨਾ ਵੀ ਮੇਰੇ ਤੇ ਮਾਨਸਿਕ ਪ੍ਰੈਸ਼ਰ ਕਿੰਨਾ ਵਾ। ਐਂਡ ਜੇ ਮੇਰੇ ਤੇ ਮਾਨਸਿਕ ਪ੍ਰੈਸ਼ਰ ਆ ਕਿ ਮੈਂ ਦੂਸਰੇ ਪੈਰੈਂਟਸ ਨਾਲ ਕੰਪੀਟ ਕਰਨਾ ਵਾ, ਫਿਰ ਚਾਂਸਸ ਆ ਕਿ ਉਹ ਪ੍ਰੈਸ਼ਰ ਮੇਰਾ ਬੱਚਾ ਆਲਰੇਡੀ ਬਾਹਰ ਜਾ ਕੇ ਮਹਿਸੂਸ ਕਰੂ। ਬੁਲੀ ਕਿਹਨੂੰ ਕਹਿੰਦੇ ਅਸੀਂ? ਬਾਹਰ ਜਾ ਕੇ ਲੋਕਾਂ ਦੇ ਪ੍ਰੈਸ਼ਰ ਥੱਲੇ ਆ ਜਾਣਾ। ਘਰੇ ਮਾਂ-ਬਾਪ ਦਾ ਪ੍ਰੈਸ਼ਰ, ਬਾਹਰ ਲੋਕਾਂ ਦਾ ਪ੍ਰੈਸ਼ਰ। ਐਂਡ ਤੁਸੀਂ ਦੇਖੋ ਕਿ ਫਿਰ ਇਹ ਮਾਨਸਿਕਤਾ ਕਿੰਨੀ ਕੁ ਦੂਰ ਜਾ ਪਾਊਗੀ। ਕਿਤੇ ਨਾ ਕਿਤੇ ਫਿਰ ਉਹ ਛੁਟਕਾਰਾ ਪਾ ਲੈਂਦੇ ਕਿ ਜਾਂ ਉਹ ਆਪਦੇ ਲਈ ਮਾਨਸਿਕ ਤੌਰ ਤੇ ਬਿਮਾਰ ਹੋ ਜਾਣਗੇ, ਜਾਂ ਕਿਸੇ ਨੂੰ ਕ੍ਰਾਈਮ ਕਰ ਸਕਦੇ ਆ, ਜਾਂ ਹਸਪੀਟਲ ਜਾ ਸਕਦੇ। ਮੈਂ ਕਈ ਵਾਰੀ ਸਿੰਪਟਮ ਦੇਖਦਾ ਬਲਵਿੰਦਰ, ਕਈ ਬੱਚੇ ਸਵੇਰੇ ਸਾਜਰੇ ਮਾਪੇ ਉਠਾ ਲੈਂਦੇ, ਕਿਉਂਕਿ ਹਾਕੀ ਦੀਆਂ ਗੇਮਾਂ ਅਰਲੀ ਹੁੰਦੀਆਂ। ਹੁਣ ਹਾਕੀ ਤੇ ਗਿਆ, ਫਿਰ ਉਹ ਸਕੂਲ ਗਿਆ, ਸਕੂਲ ਤੋਂ ਬਾਅਦ ਟਿਊਸ਼ਨ ਗਿਆ, ਟਿਊਸ਼ਨ ਤੋਂ ਬਾਅਦ ਉਹ ਕਹਿੰਦੇ ਵੀ ਤੇਰੀ ਬੇਸਬਾਲ ਦੀ ਅੱਜ ਗੇਮ ਆ, ਜਾਂ ਕੋਈ ਹੋਰ ਅੱਜ ਆਹ ਸਿੱਖਣਾ, ਤੂੰ ਸਵਿਮਿੰਗ ਜਾਣਾ ਅੱਜ। ਉੱਥੋਂ ਗਿਆ, ਉਸ ਤੋਂ ਬਾਅਦ ਔਨ ਦਾ ਰਨ ਖਾਂਦੇ ਪੀਂਦੇ ਬੱਚੇ, ਫਿਰ ਉਹ ਇਸ ਤਰ੍ਹਾਂ ਕਰਦੇ ਰਹਿੰਦੇ ਲਗਾਤਾਰ ਫਰਾਈਡੇ ਤੱਕ। ਸੈਟਰਡੇ ਨੂੰ ਕਹਿੰਦੇ ਤੇਰੀ ਅੱਜ ਭੰਗੜੇ ਦੀ ਪਰਫੋਰਮੈਂਸ ਆ, ਉੱਥੇ ਜਾਣਾ, ਤੂੰ ਫਲਾਣੇ ਦੇ ਭੰਗੜਾ ਪਾਉਣਾ, ਸਾਰੀ ਟੀਮ ਨੇ ਜਾਣਾ। ਔਰ ਉਹਦੇ ਕੱਪੜੇ ਪਾ ਕੇ ਤੇ ਸਾਰੇ, ਉਹ ਪੂਰਾ ਟਾਇਰਡ ਹੁੰਦਾ। ਉਹ ਪੌੜੀਆਂ 'ਚ ਬੈਠੇ ਬੱਚੇ ਜਿਹੜੀਆਂ ਗੱਲਾਂ ਕਰਦੇ ਆ, ਉੱਥੇ ਬੈਠੇ ਹੁੰਦੇ ਆਪਸ ਵਿੱਚ, ਕਿ ਉਹਨਾਂ ਨੂੰ ਭੰਗੜਾ ਪਾਉਣਾ ਹੁੰਦਾ। ਫਿਰ ਉਹ ਟਾਇਰਡ ਹੁੰਦੇ ਸਾਰੇ ਹਫਤੇ ਦੇ। ਕਈ ਵਾਰੀ ਮੈਂ ਪੁੱਛਿਆ, ਮੈਂ ਯਾਰ ਬੱਚੇ ਸਮਾਈਲ ਨਹੀਂ ਕਰਦੇ ਭੰਗੜੇ ਪਾਉਂਦੇ, ਇਹਨੂੰ ਸਮਾਈਲ ਵੀ ਸਿਖਾਉਣਾ ਚਾਹੀਦਾ। ਉਹ ਕਹਿੰਦਾ ਜੀ ਹਫਤੇ ਦੇ ਹੰਬੇ ਹੋਏ ਆ ਪੂਰੇ, ਇਹਦਾ ਸੌਣ ਨੂੰ ਡਿੱਗਦੇ ਫਿਰਦੇ ਆ, ਇਹਨਾਂ ਦੀ ਸੈਕੰਡ ਪਰਫੋਰਮੈਂਸ ਆ। ਇਹ ਵੀ ਮੇਰਾ ਖਿਆਲ ਇੰਤਹਾ ਹੈ। ਜੇ ਕੋਈ ਮਾਪਾ ਇਹ ਸ਼ਾਂਤੀ 'ਚੋਂ ਕਰ ਸਕਦਾ, ਤੇ ਮੈਨੂੰ ਤਾਂ ਨਹੀਂ ਲੱਗਦਾ ਇੰਨੀਆਂ ਚੀਜ਼ਾਂ ਮਾਪਾ ਵੀ ਥੱਕਿਆ ਵਾ। ਫਿਰ ਤੁਸੀਂ ਦੇਖੋ ਵੀ ਇੰਨੀਆਂ ਚੀਜ਼ਾਂ ਕਰਕੇ ਉਹਨੇ ਮਾਪੇ ਕਿਹੜੇ ਕੋਲ ਜਾਣਾ? ਜਿਹੜਾ ਮਾਪਾ ਵੀ ਥੱਕਿਆ ਹੋਇਆ, ਕਿਉਂਕਿ ਉਹ ਬਾਹਰ ਵੀ ਕੰਮ ਕਰ ਰਿਹਾ, ਉਹ ਘਰੇ ਵੀ ਕੰਮ ਕਰ ਰਿਹਾ, ਬੱਚੇ ਨੂੰ ਲੈ ਕੇ ਜਾਵੇ, ਆ ਜਾਵੇ, ਉਹਨਾਂ ਦੀ ਵੀ ਕੋਈ ਛੁੱਟੀ ਨਹੀਂ, ਉਹਨਾਂ ਦੀ ਵੀ ਕੋਈ ਛੁੱਟੀ ਨਹੀਂ। ਫਿਰ ਉਹਨਾਂ ਨੇ ਉਸੇ ਘਰ 'ਚ, ਤੇ ਫਿਰ ਜਦੋਂ ਇੱਕ ਦੋਨਾਂ ਮਾਪਿਆਂ ਤੇ ਇੰਨਾ ਪ੍ਰੈਸ਼ਰ ਆ, ਤੇ ਫਿਰ ਲੜਾਈ ਸੁਭਾਵਿਕ ਆ ਘਰ ਦੇ ਵਿੱਚ। ਤੁਹਾਡੀ ਸੁਝਾਅ ਇਹ ਆ ਵੀ ਮਾਨਸਿਕ ਸ਼ਾਂਤੀ ਰੱਖਣ ਲਈ, ਮਾਨਸਿਕ ਤਣਾਅ ਘਟਾਉਣ ਲਈ ਐਕਟੀਵਿਟੀਜ਼ ਜਿਹੜੀਆਂ ਓਵਰ ਐਕਟਿਵ ਨਾ, ਉਹ ਜ਼ਿਆਦਾ ਨਾ ਕੀਤੀਆਂ ਜਾਣ। ਇਸ ਚੀਜ਼ ਨੂੰ ਮਹੱਤਤਾ ਦੇਵੋ ਕਿ ਸਾਡੀ ਮਾਨਸਿਕ ਸਥਿਤੀ ਵੀ ਇੱਥੇ ਰੋਲ ਪਲੇ ਕਰ ਰਹੀ ਆ। ਮੇਰੀ ਸ਼ਾਂਤੀ ਦੀ ਵੀ ਇੱਕ ਕਲਾਸ ਹੋਣੀ ਚਾਹੀਦੀ ਹਫਤੇ 'ਚ।
ਵੀ ਜਿੱਥੇ ਮੇਰਾ ਬੱਚਾ ਇਹ ਦੇਖੇ ਕਿ ਵੀ ਜ਼ਿੰਦਗੀ 'ਚ ਸ਼ਾਂਤੀ ਤੇ ਸਲੋਪਨ ਵੀ ਹੈ ਲਾਈਫ ਦਾ, ਜਿੱਥੇ ਉਹਨੂੰ ਬਚਪਨ ਮਿਲੇ। ਅਸੀਂ ਬਚਪਨ ਖੋਹ ਲਿਆ ਅੱਜ ਕੱਲ੍ਹ ਬੱਚਿਆਂ ਤੋਂ, ਕਿਉਂਕਿ ਅਸੀਂ ਉਹਨਾਂ ਨੂੰ ਕਹਿੰਦੇ ਕੋਡਿੰਗ ਕਲਾਸਿਸ ਕਰੋ ਐਂਡ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਕੋਲ ਇੱਕ ਮੇਲ ਬੱਚਾ ਸੀਗਾ, ਉਹ ਆਇਆ ਅਤੇ ਉਹ ਕਹਿੰਦੇ ਵੀ ਆਈ ਥਿੰਕ ਗ੍ਰੇਡ 10 11 ਦੇ ਮੈਥ ਦੀ ਕਲਾਸ ਦੇ ਵਿੱਚ, ਕਹਿੰਦਾ ਮੈਂ ਇੱਕੋ ਦਮ ਮੈਨੂੰ ਪ੍ਰੈਸ਼ਰ ਆ ਜਾਂਦਾ ਵਾ ਦਿਮਾਗ 'ਤੇ, ਜਦੋਂ ਸਮਝਾਉਂਦਾ ਵਾ ਮੇਰਾ ਪ੍ਰੋਫੈਸਰ, ਅਤੇ ਮੇਰੇ ਦਿਮਾਗ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਜਾਂਦਾ ਅਤੇ ਸਡਨਲੀ ਮੇਰੇ ਗ੍ਰੇਡਸ ਬਹੁਤ ਵਧੀਆ ਸੀਗੇ ਐਂਡ ਸਡਨਲੀ ਮੇਰੇ 'ਤੇ ਜਿਹੜਾ ਉਹ ਪ੍ਰੈਸ਼ਰ ਅਤੇ ਮੈਥੋਂ ਹੈਂਡਲ ਨਹੀਂ ਕਰ ਹੁੰਦਾ ਅਤੇ ਮੈਥੋਂ ਇੰਗਜ਼ਾਇਟੀ ਅਟੈਕ, ਪੈਨਿਕ ਅਟੈਕ ਆਉਣ ਲੱਗ ਜਾਂਦੇ। ਐਂਡ ਤੁਸੀਂ ਦੇਖੋ ਵੀ ਇੱਕ ਬੱਚਾ ਕਲਾਸ 'ਚ ਬੈਠਾ ਵਾ ਐਂਡ ਪੇਰੈਂਟਸ ਕਹਿਣ ਅਸੀਂ ਤੈਨੂੰ ਕਦੇ ਮਾਰਕ ਵਾਸਤੇ ਕਿਹਾ ਹੀ ਨਹੀਂ, ਅਸੀਂ ਤਾਂ ਕਦੇ ਨਹੀਂ ਅਸੀਂ ਕਿਹਾ ਜੇ ਵੀ ਲੈ ਕੇ ਆਉਣਾ ਤੂੰ ਠੀਕ ਆ, ਅਤੇ ਵੀ ਇਹਦੇ ਨਾਲ ਕਨੈਕਸ਼ਨ ਕੀ ਹੋ ਸਕਦਾ। ਐਂਡ ਤੁਸੀਂ ਦੇਖੋ ਕਿ ਜਦੋਂ ਮੈਂ ਉਹ ਬੱਚੇ ਨਾਲ ਕਾਉਂਸਲਿੰਗ ਕੀਤੀ ਅਤੇ ਅਸੀਂ ਉਹਨਾਂ ਦੇ ਪ੍ਰੈਸ਼ਰ ਦੇ ਥੱਲੇ ਗਏ, ਅਤੇ ਉਹ ਕਹਿੰਦਾ ਵੀ ਮੈਨੂੰ ਪ੍ਰੈਸ਼ਰ ਹੈ ਕਿ ਮੇਰੇ ਫਾਦਰ ਲਈ ਮੇਰਾ ਪੜ੍ਹਨਾ ਬੜਾ ਜ਼ਰੂਰੀ ਆ, ਮੇਰੇ ਫਾਦਰ ਨੂੰ ਬਹੁਤ ਜ਼ਰੂਰੀ ਆ ਵੀ ਮੈਂ ਪੜ੍ਹਾਂ। ਅਤੇ ਫਿਰ ਅਸੀਂ ਫਾਦਰ ਨੂੰ ਬੁਲਾਇਆ ਅਤੇ ਫਾਦਰ ਨੂੰ ਅਸੀਂ ਗੱਲ ਕੀਤੀ, ਅਤੇ ਉਹ ਕਹਿੰਦੇ ਜਦੋਂ ਮੈਂ ਬਚਪਨ 'ਚ ਸੀ ਨਾ, ਮੇਰੇ ਬਾਪ ਨੇ ਮੈਨੂੰ ਬਹੁਤ ਛੋਟੇ ਹੁੰਦੇ ਨੂੰ ਟਰੈਕਟਰ 'ਤੇ ਚੜ੍ਹਾਤਾ ਸੀ ਅਤੇ ਮੈਨੂੰ ਚਾਅ ਸੀ ਵੀ ਮੈਂ ਪੜ੍ਹਾਂ, ਅਤੇ ਮੈਂ ਨਹੀਂ ਪੜ੍ਹ ਪਾਇਆ। ਹੁਣ ਮੈਂ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ। ਅਤੇ ਤੁਸੀਂ ਦੇਖੋ ਇਹ ਸੁਪਨਾ ਕਿਹਦਾ ਅਤੇ ਪ੍ਰੈਸ਼ਰ ਕਿਹਦਾ ਵਾ। ਜ਼ਰੂਰੀ ਨਹੀਂ ਉਹ ਬੱਚਾ, ਮੈਂ ਨਹੀਂ ਕਹਿੰਦੀ ਕਿ ਉਹਨੂੰ ਮੈਥ ਨਹੀਂ ਪੜ੍ਹਨਾ ਚਾਹੀਦਾ ਜੀ ਉਹਨੂੰ, ਪਰ ਇੱਕ ਬੱਚਾ ਮੈਥ ਦੀ ਕਲਾਸ 'ਚ ਬਿਨਾਂ ਪ੍ਰੈਸ਼ਰ ਤੋਂ ਵੀ ਬੈਠ ਸਕਦਾ ਵਾ ਕਿ ਮੇਰੇ 'ਤੇ ਪ੍ਰੈਸ਼ਰ ਨਹੀਂ ਕੋਈ ਹੈਗਾ, ਪਰ ਹਾਂ ਮੈਂ ਚੀਜ਼ਾਂ ਕਰਨੀਆਂ ਆਪਦੇ ਲਈ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਉਹਦੇ ਦਿਮਾਗ 'ਤੇ ਪ੍ਰੈਸ਼ਰ ਨਹੀਂ ਹੋਊਗਾ ਅਤੇ ਉਹ ਮੈਥ 'ਚ ਜ਼ਿਆਦਾ ਵਧੀਆ ਕਰ ਸਕੂਗਾ। ਪਰ ਕਹਿੰਦੇ ਕਈ ਬੱਚੇ ਪ੍ਰੈਸ਼ਰ ਬਿਨਾਂ ਪੜ੍ਹਦੇ ਨਹੀਂ, ਨਲਾਇਕ ਨਿਕਲ ਜਾਂਦੇ। ਜਿਵੇਂ ਪ੍ਰੈਸ਼ਰ ਚਾਹੀਦਾ ਬੱਚੇ, ਜਿਵੇਂ ਮਿਸਟਰ ਥਿਨ ਮੈਂ ਤੁਹਾਨੂੰ ਕਿਹਾ ਕਿ ਜਿਵੇਂ ਅਸੀਂ ਰੇਸ ਦੇ ਵਿੱਚ 2 ਬੱਚੇ ਭਜਾ ਦਈਏ ਅਤੇ ਜੇ ਪਿੱਛੇ ਇੱਕ ਦੇ ਆਪਾਂ ਡੌਗ ਲਾ ਦਈਏ 100% ਉਹ ਬੱਚਾ ਦੂਸਰੇ ਬੱਚੇ ਨਾਲ ਜ਼ਿਆਦਾ ਭੱਜੂਗਾ, ਪਰ ਉਹ ਜ਼ਿਆਦਾ ਦੂਰ ਤੱਕ ਭੱਜ ਨਹੀਂ ਸਕਦਾ। ਜਲਦੀ ਥੱਕ ਜਾਏਗਾ ਕਿਉਂਕਿ ਉਹਦੀ ਮਾਨਸਿਕ ਸਥਿਤੀ ਨਹੀਂ ਇੰਨੀ ਹੈਗੀ ਹੈਂਡਲ ਕਰਨ ਦੀ, ਕਿਉਂਕਿ ਭੱਜ ਹੀ ਡਰ 'ਚ ਰਿਹਾ। ਡਰ 'ਚੋਂ ਕਿੰਨਾ ਕੁ ਚਿਰ ਭੱਜ ਸਕੋਗੇ ਤੁਸੀਂ? 2 ਸਾਲ ਭੱਜ ਲਓਗੇ, 3 ਸਾਲ ਭੱਜ ਲਓਗੇ, 4 ਸਾਲ ਭੱਜ ਲਓਗੇ, 5ਵੇਂ ਸਾਲ ਤੁਸੀਂ ਡਿੱਗ ਪਓਗੇ। ਕਈ ਵਾਰੀ 12ਵੀਂ ਜਮਾਤ ਕਰਕੇ ਉਹ ਛੱਡ ਜਾਂਦੇ। ਐਗਜ਼ੈਕਟਲੀ। ਸੋ ਉਹ ਵੀ ਹੁਣ ਜਿਹੜੇ ਬੱਚੇ ਦੀ ਅਸੀਂ ਗੱਲ ਕਰ ਰਹੇ ਹਾਂ 8th 9th ਤੱਕ ਉਹ ਵਧੀਆ ਗ੍ਰੇਡਸ ਲੈਂਦੇ ਰਹੇ, ਪਰ 10th 'ਤੇ ਆ ਕੇ ਉਹਨਾਂ ਦਾ ਪ੍ਰੈਸ਼ਰ ਇੰਨਾ ਵੱਧ ਗਿਆ ਕਿ ਹੁਣ ਉਹਨਾਂ ਤੋਂ ਵੀ ਛੱਡ ਗਏ, ਸਕੀਇੰਗ ਵੀ ਛੱਡ ਗਏ, ਹਾਕੀ ਵੀ ਛੱਡ ਗਏ, ਪੜ੍ਹਨਾ ਵੀ ਛੱਡ ਗਏ। ਐਗਜ਼ੈਕਟਲੀ। ਸੋ ਇਹ ਨਾ ਹੋਵੇ। ਐਗਜ਼ੈਕਟਲੀ। ਸੋ ਪਹਿਲਾਂ ਇਸ ਚੀਜ਼ ਦਾ ਵਿੱਚ ਵੀ ਆਪਦਾ ਥੋੜ੍ਹਾ ਜਿਹਾ ਡਿਸਟਿੰਗੁਇਸ਼ ਕਰੋ ਕਿ ਜਿਹੜਾ ਪ੍ਰੈਸ਼ਰ ਮੈਂ ਆਪਦੇ ਬੱਚੇ 'ਤੇ ਪਾ ਰਿਹਾ ਇਹ ਮੇਰਾ ਸੁਪਨਾ ਸੀ ਕਿ ਮੇਰੇ ਬੱਚੇ ਦਾ, ਜਸਟ ਬਿਕਾਜ਼ ਮੈਂ ਆਈਸਕ੍ਰੀਮ ਲਈ ਤਰਸਿਆ ਅਤੇ ਜੇ ਮੈਂ ਆਪਦੇ ਬੱਚੇ ਨੂੰ ਦਿਨ ਰਾਤ ਆਈਸਕ੍ਰੀਮ ਹੀ ਖਵਾਈ ਜਾਵਾਂ ਜਸਟ ਬਿਕਾਜ਼ ਮੇਰੀ ਭੁੱਖ ਸੀ। ਕਿਉਂਕਿ ਬਚਪਨ 'ਚ ਮਿਸਟਰ ਥਿਨ ਜਿਹੜੀਆਂ ਚੀਜ਼ਾਂ ਦੀ ਅਸੀਂ ਤਰਸ ਵੇਖਿਆ ਵਾ ਨਾ, ਦੁੱਖ ਦੇਖਿਆ, ਉਹ ਸਾਰੀ ਉਮਰ ਸਾਡੇ ਨਾਲ ਰਹਿੰਦੀਆਂ। ਜਿਹਨੇ ਫਾਈਨੈਂਸ਼ੀਅਲ ਡਿਫੀਕਲਟੀ ਵੇਖੀ ਉਹ ਸਾਰੀ ਉਮਰ ਫਾਈਨੈਂਸ਼ੀਅਲ ਸਿਕਿਉਰ ਕਰਦਾ ਰਹਿੰਦਾ ਆਪਦੇ ਆਪ ਨੂੰ, ਕਿਉਂਕਿ ਉਹਨੂੰ ਲੱਗਦਾ ਕਿ ਫਾਈਨੈਂਸ਼ੀਅਲ ਡਿਫੀਕਲਟੀ ਬਹੁਤ ਕਦੇ ਵੀ ਆ ਸਕਦੀ। ਐਂਡ ਜਿਹੜੀ ਮਾਂ ਨੇ ਆਪਣਾ ਬਚਪਨ ਦੇ ਵਿੱਚ ਆਪਦੇ ਮਾਂ ਬਾਪ ਤੋਂ ਦੂਰ ਰਹੀ ਆ, ਉਹਦਾ ਸਾਰਾ ਜ਼ੋਰ ਲੱਗ ਜਾਂਦਾ ਕਿ ਮੈਂ ਆਪਦੇ ਬੱਚੇ ਨੂੰ ਕਿਸੇ ਕੋਲ ਜਾਣ ਨਾ ਦੇਵਾਂ ਅਤੇ ਉਹ ਮੇਰੇ ਨੇੜੇ ਰਹਿਣ। ਤੁਸੀਂ ਇਹ ਦੇਖਣਾ ਵੀ ਉਹ ਮੇਰਾ ਤਜਰਬਾ ਸੀ, ਉਹ ਮੇਰਾ ਐਕਸਪੀਰੀਅੰਸ ਸੀ, ਉਹ ਮੇਰਾ ਸੁਪਨਾ ਸੀ, ਪਰ ਮੇਰੇ ਬੱਚੇ ਜਦੋਂ ਅਸੀਂ ਆਪਦੇ ਸੁਪਨੇ ਆਪਦਾ ਐਕਸਪੀਰੀਅੰਸ ਕਿਸੇ ਬੱਚੇ 'ਤੇ ਥੋਪਦੇ ਹਾਂ ਅਤੇ ਮਿਸਟਰ ਥਿੰਦ ਐਜ਼ ਅ ਰਿਜ਼ਲਟ ਉਹ ਪ੍ਰੈਸ਼ਰ ਬਣਦਾ। ਸੋ ਪ੍ਰੈਸ਼ਰ ਤੋਂ ਬਚਿਆ ਜਾਏ। ਬਲਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਹਮੇਸ਼ਾ ਹੀ ਇੰਨੀਆਂ ਵਧੀਆ ਗੱਲਾਂ ਦੱਸਦੇ ਹੋ ਔਰ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ। ਮੈਂ ਤੁਹਾਨੂੰ ਦੱਸ ਦਿਆਂ, ਮੈਨੂੰ ਕਈਆਂ ਨੇ ਇਨਪੁਟ ਦਿੱਤੀ ਆ ਕਿ ਤੁਹਾਡੀ ਗੱਲਬਾਤ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਜਾਂ ਉਹਨਾਂ ਦੇ ਵਿਚਾਰ ਬਦਲੇ। ਥੈਂਕ ਯੂ ਮਿਸਟਰ ਥੈਂਕ ਯੂ। ਆਈ ਮੀਨ ਮੈਂ ਅੱਜ ਆਉਣ ਤੋਂ ਪਹਿਲਾਂ ਵੀ ਸੋਚ ਰਹੀ ਸੀ, ਮੈਨੂੰ ਜਦੋਂ ਆਪਾਂ ਇਹ ਸੈਸ਼ਨ ਸਟਾਰਟ ਕੀਤੇ ਮੈਨੂੰ ਪਤਾ ਮੈਂ ਕਾਫੀ ਰੇਡੀਓ ਸਟੇਸ਼ਨ ਜਾਂ TV ਵਾਲਿਆਂ ਨੂੰ ਕਾਲ ਕੀਤੀ ਅਤੇ ਉਹ ਕਹਿੰਦੇ ਨਹੀਂ ਮਾਨਸਿਕ ਸਿਹਤ ਦਾ ਕਿਹਨੇ ਸੁਣਨਾ, ਤੁਸੀਂ ਐਵੇਂ ਕਹਿ ਦੇਣਾ। ਪਰ ਮੈਨੂੰ ਪਤਾ ਜਦ ਤੁਹਾਡੇ ਪ੍ਰੋਡਿਊਸਰਸ ਨਾਲ ਮੈਂ ਗੱਲ ਕੀਤੀ, ਤੁਹਾਡੇ ਨਾਲ ਗੱਲ ਕੀਤੀ ਅਤੇ ਤੁਸੀਂ ਇਸ ਚੀਜ਼ ਨੂੰ ਬਹੁਤ ਓਪਨ ਸੀ। ਸੋ ਆਈ ਥਿੰਕ ਇਹ ਚੀਜ਼ ਦਾ ਬਹੁਤ ਵੱਡਾ ਸਿਰਾ ਤੁਹਾਨੂੰ ਵੀ ਜਾਂਦਾ ਬਿਕਾਜ਼ ਤੁਸੀਂ ਇਸ ਚੀਜ਼ ਨੂੰ ਸਟਾਰਟ ਕੀਤਾ। ਸੋ ਥੈਂਕ ਯੂ ਸੋ ਮਚ ਮਿਸਟਰ ਥਿੰਦ। ਥੈਂਕ ਯੂ।